गुरु जी का खालसा वाहिगुरु जी की फतेह। गुरु पातशाह जी दी निगी गोद विच शरदा ते सत्कार सहित दूरों नेड़ेों चल के शाम के दीवाना विच आप जी जुड़ बैठे हो। सुलखणियां घड़ियां प्राप्त हुई ने। सतसंग के रूप दे विच सफलियां बनाइए। सतगुरां दी पावन अगमी कथा विचों आप जी ने सरवण कीता। गुरु नानक पातशाह जी के पास बार बार सिद्ध आ रहे थे, जिन्हां विचों सिद्ध संभालका नाथ ने कुछ गहरे सवाल गुरु नानक पातशाह जी के समक्ष रखे। जिन्हां दे अर्थां नूं उत्तरां नूं सुन के सिद्ध बड़ा हैरान होया। गुरु बाबा जी नूं सीस झुका के गोरखनाथ दी कचहरी विच आके आखदा है उन्हां नूं कोई हरा नहीं सकदा। सिद्धां दे गुरु गोरखनाथ जी ने फिर महामंडलेश्वर गोपी चंद जी नूं भेजे, जो कदे राजे रहे। गुरु नानक पातशाह जी के पास आए, बड़े सवाल उन्होंने कीते भी मौत तो किवें बचिया जा सकता है, निडर किवें होया जा सकता है, वो केड़ा घर है जिन्हों खतरा कोई नहीं। अत्यंत सवाल कीते, एक एक जवाब गुरु नानक पातशाह जी ने साइंटिफिक तरीके नाल दिता है। गोपी चंद गुरु नानक साहब जी तो बड़ा प्रभावित होया है, दिलों नमस्कार करता है। इस गल की खुशी है, जिंदगी च बड़े मैं सवाल कीते पर इन्हां दा जवाब नहीं सी किसी कोल, जो अज गुरु साहब जी ने उत्तर बख्शे ने। आओ इस पावन कथा विच अगे चलीए, क्योंकि ये कथा है परम आनंद दी, जिस विच केवल निरंकार दीयां गल्लां ने ते दूजे पासे संसारक बिरती वाले सिद्ध बैठे आ। एक महा मुकाबला है। पाओ प्रेम दी सांझ गज वज के आखो जी सतनाम श्री गुरु साहिब जी। सतनाम श्री गुरु साहिब जी। गोपी चंद हाथ बंद बोलियो सुख कंद संग। चलो सिद्ध मंडली मैं दर्शन दीजिए। भाई बाला दी ए पावन कथा गुरु अंगद देव साहिब जियां नूं खडूर साहिब सुना रहे। बचन आया, जिस वेले गोपी चंद जी दी हिरदे तो मन तो तसल्ली हो गई, इस गल दी समझ आ गई जीवन विच प्राप्त की करना है। वो केड़ा घर सी, वो केड़ा थां सी जो कदे डोलिया ही नहीं, सदा अपना सी। निरपुत्र होया, मर्द नूं बड़े अदब प्यार नाल मत्था टेक के कहंदा बाबा जी एक बेनती है, किरपा करो सिद्धां दी मंडली विच आके आप जी भाग लाओ। बेशक हुण एक एक सिद्ध चल के आ रहा है, पर जदों आप जी चल के उस मंडली विच आओगे, सुमेर दी श्रृंखला ते आओगे,
ਉਹ ਨਜ਼ਾਰਾ ਵੱਖਰਾ ਹੋਏਗਾ। ਗੋਪੀ ਚੰਦ ਨੇ ਕੋਈ ਹੰਕਾਰ ਵਿੱਚ ਇਹ ਬੇਨਤੀ ਨਹੀਂ ਕੀਤੀ, ਕਿਉਂਕਿ ਸਤਿਗੁਰਾਂ ਵੀ ਉਹਦਾ ਬੜਾ ਅਦਬ ਕੀਤਾ ਹੈ। ਗੋਪੀ ਚੰਦ ਜਿੱਥੇ ਰਾਜਾ ਰਿਹਾ ਉਹ ਬਹੁਤ ਵੱਡਾ ਵੈਰਾਗੀ ਸਾਧੂ ਹੋਇਆ। ਪ੍ਰੇਮ ਦੀ ਬੇਨਤੀ ਕਰਦਾ, ਪਾਤਸ਼ਾਹ ਸੀ ਆਪ ਜੀ ਨੂੰ ਸੁਮੇਰ ਦੀ ਸਿਖਰ ਤੇ ਉਡੀਕਾਂਗੇ, ਸਾਰੇ ਸਿੱਧਾਂ ਤੇ ਕਿਰਪਾ ਕਰੋ, ਉਹਨਾਂ ਨੂੰ ਦਰਸ਼ਨ ਬਖਸ਼ੋ। ਹੋਏਂਗੇ ਆਨੰਦ ਤੇਰੇ ਪਦ ਅਰਬਿੰਦ ਪਿਖ, ਦੋਖ ਕੋ ਆਨੰਦ ਦੋਖ ਕੇ ਨਿਕੰਦ, ਬੈਨ ਸੁਣੀਏ ਕਹੀਜੇ। ਦੁੱਖਾਂ ਨੂੰ ਕੱਟਣ ਵਾਲੇ ਸਾਹਿਬ ਜੀਓ, ਜੇ ਆਪ ਚੱਲ ਕੇ ਆ ਜਾਓਗੇ, ਬੜਿਆਂ ਸਿੱਧਾਂ ਦਾ ਹਉਮੈ ਦਾ ਰੋਗ ਕੱਟਿਆ ਜਾਣਾ ਹੈ। ਤੁਹਾਡੇ ਚਰਨ ਪਰਸਿਆਂ ਤੋਂ ਸਾਡੀ ਉਹ ਸਿੱਧ ਮੰਡਲੀ ਵਿੱਚ ਸ਼ਾਂਤੀ ਆ ਜਾਊਗੀ, ਹੁਣ ਤੱਕ ਕਿਸੇ ਕੋਲ ਨਹੀਂ। ਜਦੋਂ ਸਤਿਗੁਰਾਂ ਨੇ ਸੁਣਿਆ ਮਹਾਰਾਜ ਬਹੁਤ ਮੁਸਕਰਾਏ। ਗੁਰੂ ਸਾਹਿਬ ਕਹਿੰਦੇ ਗੋਪੀ ਚੰਦ ਆਪਾਂ ਮਿਲ ਲਏ, ਇੰਨਾ ਬੜਾ। ਕਹਿੰਦਾ ਨਹੀਂ ਪਾਤਸ਼ਾਹ, ਸਾਰੇ ਤੇ ਹੰਕਾਰੀ ਨਹੀਂ, ਸਾਰੇ ਮਾੜੇ ਵੀ ਨਹੀਂ ਤੇ ਸਾਰੇ ਚੰਗੇ ਵੀ ਨਹੀਂ, ਪਰ ਜਦੋਂ ਆਪ ਜੀ ਕਿਰਪਾ ਕਰੋਗੇ ਹੋ ਸਕਦਾ ਸਭ ਦਾ ਅੰਦਰ ਬਦਲ ਜਾਵੇ, ਅੰਦਰ ਦਾ ਰੋਗ ਹਉਮੈ ਦਾ ਉਹ ਕੱਟਿਆ ਜਾਵੇ। ਗੁਰੂ ਕਹਿਓ ਮੰਦ ਮੰਦ ਆਵੇ ਹਮ ਪੰਦ ਮਾਹੇ, ਚਲੋ ਗੋਪੀ ਚੰਦ ਸੁਧ ਸਿਧਨ ਪਨੀਜੀਏ। ਗੁਰੂ ਬਾਬਾ ਜੀ ਮੁਸਕਰਾ ਕੇ ਹੱਸ ਕੇ ਕਹਿੰਦੇ ਚੰਗਾ ਫਿਰ ਗੋਪੀ ਚੰਦ ਜੀ, ਜੇ ਵਾਰ-ਵਾਰ ਪਿਆਰ ਨਾਲ ਕਹਿੰਦੇ ਹੋ ਤੁਸੀਂ ਚੱਲੋ, ਅਸੀਂ ਵੀ ਪਿੱਛੇ ਹੀ ਤੁਰ ਕੇ ਆਏ। ਹੁਣ ਰਾਜਾ ਗੋਪੀ ਚੰਦ ਉਹ ਹੈ ਜੀ ਜਿਹਦੀਆਂ ਵਾਰਾਂ ਢਾਡੀ ਲੋਕ ਪੁਰਾਣੇ ਸਮੇਂ 'ਚ ਸੁਣਾਉਂਦੇ ਸੀ। ਆਮ ਗਾਇਆ ਜਾਂਦਾ ਸੀ ਗੋਪੀ ਚੰਦ, ਕਿਉਂਕਿ ਦਰਵੇਸ਼ ਰਾਜਾ ਸੀ, ਦਾਨੀ ਰਾਜਾ ਸੀ, ਤਿਆਗੀ ਰਾਜਾ ਸੀ। ਪਰ ਗੋਰਖਨਾਥ ਦੇ ਕੋਲੇ ਆ ਕੇ ਉਸ ਟਿੱਲੇ ਤੇ ਪਹੁੰਚ ਕੇ ਉਹ ਸਾਧੂ ਬਣ ਗਿਆ, ਸਿੱਧ ਬਣ ਗਿਆ। ਗੁਰੂ ਨਾਨਕ ਪਾਤਸ਼ਾਹ ਪਾਸੋਂ ਆਸੀਸ ਲਈ ਉਹਨੇ ਤੇ ਸਤਿਗੁਰਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਗਿਣਤੀ ਦੇ ਹੋਏ ਨੇ ਸਿੱਧ ਜਿਨ੍ਹਾਂ ਨੇ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੂੰ ਆਪਣਾ ਰੱਬ, ਆਪਣਾ ਨਿਰੰਕਾਰ ਮੰਨਿਆ। ਬਾਕੀ ਤੇ ਬੜੇ ਹੰਕਾਰੀ ਆਉਂਦੇ ਸੀ, ਕੋਈ ਕਹਿੰਦੇ ਤੇਰੇ ਕੰਨੀ ਮੁੰਦਰਾ ਪਵਾ ਦਾਂਗੇ, ਤੈਨੂੰ ਤੇਰੇ ਤਾਰੇ ਦਿਖਾ ਦਾਂਗੇ, ਤੂੰ ਕਰਕੇ ਗੁਰੂ ਸਾਹਿਬ ਨਾਲ ਗੱਲ ਕਰਦੇ ਸੀ। ਪਰ ਉਹ ਵੀ ਬਰਫ ਦੀ ਲਾਤੇ ਸਾਰੇ। ਸੁਮੇਰ ਤੋਂ ਆਏ ਤੇ ਸੁਮੇਰ ਤੇ ਬੈਠੇ ਪਛਤਾ ਰਹੇ ਆ, ਅਸੀਂ ਕਰਕੇ ਕੀ ਆਏ ਆ, ਕੀਤੀ ਦਾ ਪਛਤਾਵਾ ਹੈ, ਅਸੀਂ ਹਉਮੈ 'ਚ ਬੋਲੇ। ਪਰ ਗੋਪੀ ਚੰਦ ਨੂੰ ਮਹਾਰਾਜ ਨੇ ਬੜੇ ਪਿਆਰ ਵਿੱਚ ਹੱਥ ਜੋੜ ਕੇ ਨਮਸਕਾਰ ਕਰਕੇ ਆਖਿਆ, ਮਹਾਂਪੁਰਖੋ ਤੁਸੀਂ ਸਿੱਧ ਮੰਡਲੀ ਦੇ ਆਸਣ ਤੇ ਜਾ ਕੇ ਸਜੋ, ਅਸੀਂ ਵੀ ਪਿੱਛੋਂ ਹੀ ਆਉਨੇ ਆ। ਘਰ ਪਦ ਬੰਧਨ ਕੋ ਗਇਓ ਗਿਰ ਕੰਚਨ ਪੈ, ਗੋਰਖ ਜੀ ਨਾਨਕੀ ਸੁਧ ਮੋਤੇ ਲੀਜਿਓ। ਜਦੋਂ ਸਤਿਗੁਰਾਂ ਤੋਂ ਆਗਿਆ ਲੈ ਕੇ ਨਾਥ ਗੋਪੀ ਚੰਦ ਆਏ ਨੇ ਸਿੱਧਾਂ ਦੀ ਮੰਡਲੀ ਵਿੱਚ, ਗੋਪੀ ਚੰਦ ਜੀ ਦਾ ਐਡਾ ਵੱਡਾ ਰੁਤਬਾ ਸੀ ਕਿ ਗੁਰੂ ਵੀ ਖੜਾ ਹੋ ਜਾਂਦਾ ਸੀ ਗੋਰਖਨਾਥ। ਬੜੇ ਅਦਬ ਨਾਲ ਬਿਠਾਇਆ। ਸੁਮੇਰ ਪਰਬਤ ਜਿਹਨੂੰ ਪੁਰਾਣੇ ਸਮੇਂ 'ਚ ਮੰਨਿਆ ਜਾਂਦਾ ਵੀ ਇਹ ਸੋਨੇ ਦਾ ਪਰਬਤ ਹੈ। ਮੰਨਣ ਤੋਂ ਭਾਵ ਕੀ ਹੈ, ਇਹਨਾਂ ਪਰਬਤਾਂ ਦੇ ਵਿੱਚ ਅੱਜ ਵੀ ਸੋਨੇ ਦੀਆਂ ਖਾਣਾਂ ਨੇ, ਅੱਜ ਵੀ ਸੋਨਾ ਮਿਲਦਾ, ਕਿਉਂਕਿ ਸੋਨਾ ਚਾਂਦੀ ਧਰਤੀ ਦੀਆਂ ਖਾਣਾਂ ਤੇ ਵੱਡੇ ਵੱਡੇ ਪਰਬਤਮਾਲਾ ਸ਼੍ਰਿੰਖਲਾ 'ਚ ਮਿਲਦਾ ਹੈ। ਇਸ ਕਰਕੇ ਸੋਨੇ ਦੇ ਪਰਬਤ ਨੂੰ ਸੁਮੇਰ ਕਿਹਾ ਜਾਂਦਾ। ਬੇਸ਼ੱਕ ਉਹਦੇ ਉੱਤੇ ਬਰਫਾਂ ਜਮੀਆਂ ਨੇ, ਚੋਟੀਆਂ ਬਰਫ ਦੀਆਂ ਨੇ। ਕਹਿੰਦਾ ਗੁਰੂ ਜੀ ਮੇਰੇ ਪਾਸੋਂ ਰੱਬੀ ਨੂਰ ਗੁਰੂ ਨਾਨਕ ਸਾਹਿਬ ਦੀ ਮਹਿਮਾ ਸੁਣ ਲਓ। ਗੋਪੀ ਚੰਦ ਕਹਿੰਦਾ, ਕਿਉਂਕਿ ਗੋਰਖਨਾਥ ਨੇ ਪੁੱਛਿਆ ਨਹੀਂ ਵੀ ਤੂੰ ਕਰਕੇ ਕੀ ਆਇਆ, ਉਹ ਤੇ ਗੁਰੂ ਆ ਇਹਨਾਂ ਦਾ ਅੰਤਰਜਾਮੀ ਜਾਣਦਾ ਸਾਰਾ ਕੁਝ, ਵੀ ਇਹ ਵੀ ਝੁੱਕ ਆ ਗਿਆ। ਪਰ ਗੋਪੀ ਚੰਦ ਨੇ ਸਪੈਸ਼ਲੀ ਤੌਰ ਤੇ ਆਖਿਆ, ਗੁਰੂਦੇਵ ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ਮੇਰੇ ਪਾਸੋਂ ਸੁਣੋ, ਉਹਨਾਂ ਦੀ ਵਡਿਆਈ, ਉਹਨਾਂ ਦੀ ਮਹਿਮਾ ਬੇਅੰਤ ਹੈ। ਸਵਈਆ ਪੂਜਨ ਜੋਗ ਹੀ ਜਾਨੋ ਤਾਹੀ ਕੋ, ਆਵਤ ਆਪ ਹੀ ਜਾਤ ਨਾ ਆਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਰਥਾਈ ਜਦੋਂ ਗੋਰਖਨਾਥ ਨੇ ਸੁਣਿਆ, ਕਹਿੰਦਾ ਦੱਸੋ ਫਰਮਾਓ। ਕਹਿੰਦਾ ਜੀ 100 ਦੀ ਇੱਕ ਸੁਣਾਵਾਂਗਾ, ਉਹ ਪੂਜਣ ਯੋਗ ਹਨ। ਜਦੋਂ ਇਹੀ ਸ਼ਬਦ ਆ ਗਿਆ ਵੀ ਪੂਜਣ ਯੋਗ ਨੇ, ਫਿਰ ਵੱਡਾ ਕਹਿਣ ਦੀ ਲੋੜ ਹੈ, ਵਡਿਆਈ ਦੇ ਪਾਤਰ ਕਹਿਣ ਦੀ ਲੋੜ ਹੈ, ਵਿਦਵਾਨ ਕਹਿਣ ਦੀ ਲੋੜ ਹੈ, ਜਾਂ ਰੱਬੀ ਨੂਰ ਆਖਣ ਦੀ ਜ਼ਰੂਰਤ ਹੈ? ਕੁਛ ਵੀ, ਸਭ ਕੁਝ ਵਿੱਚ ਹੀ ਹੈ।
ਕਹਿੰਦਾ ਜੀ ਉਹ ਤੇ ਪੂਜਣ ਯੋਗ ਸ਼ਖਸ ਹਨ, ਜਿਨ੍ਹਾਂ ਦੀ ਮਹਿਮਾ ਜਿਨ੍ਹਾਂ ਦੀ ਵਡਿਆਈ ਮੈਂ ਵੇਖ ਆਇਆ। ਅੱਖਾਂ ਨੇ ਵੇਖੀ ਹੈ ਤੇ ਜ਼ੁਬਾਨ ਨਹੀਂ ਬੋਲ ਸਕਦੀ, ਕੰਨਾਂ ਨੇ ਉਹਨਾਂ ਦੇ ਬੋਲ ਸੁਣੇ ਨੇ ਤੇ ਅੱਖਾਂ ਨੇ ਬੋਲ ਨਹੀਂ ਸੁਣੇ। ਇਸ ਕਰਕੇ ਅਕਥ ਹੈ, ਨਹੀਂ ਕਥਿਆ ਜਾ ਸਕਦਾ। ਮੈਂ ਤੇ ਕਹਿੰਦਾ ਗੁਰੂ ਜੀ ਤੁਹਾਨੂੰ ਬਾਰ-ਬਾਰ ਸਿੱਧ ਭੇਜਣ ਦੀ ਲੋੜ ਨਹੀਂ। ਮੈਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੱਦਾ ਹੀ ਦੇ ਆਇਆ ਵੀ ਪਾਤਸ਼ਾਹ ਤੁਸੀਂ ਆ ਜਾਓ। ਅੰਦਰੋਂ ਚਾਹੁੰਦਾ ਸੀ ਇਹਨਾਂ ਸਿੱਧਾਂ ਦਾ ਮਾਣ ਟੁੱਟ ਜੇ, ਜੋ ਹੰਕਾਰੇ ਬੈਠੇ ਨੇ। ਹੈ ਕਲ ਕਾਲ ਭਿਆਨ ਮਹਾ, ਨਰ ਤਾਰਨ ਕੋ ਅਵਤਾਰ ਪਛਾਨਾ। ਗੋਪੀ ਚੰਦ ਆਪਣੇ ਗੁਰੂ ਨੂੰ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਵਿਸ਼ਨੂੰ ਦੇ ਅਵਤਾਰ ਨਹੀਂ, ਕਿਸੇ ਪੀਰ ਪੈਗੰਬਰ ਔਲੀਏ ਦੇ ਅਵਤਾਰ ਨਹੀਂ, ਉਹ ਕਲਯੁਗ ਦੇ ਸਮੇਂ ਦੇ ਅਵਤਾਰ ਨੇ ਪਰਮੇਸ਼ਰ ਦੇ। ਇੱਥੇ ਨਾ ਕਈ ਵਾਰ ਆਪਾਂ ਇੱਕ ਗਲਤੀ ਕਰ ਜਾਂਦੇ ਹਾਂ ਸੁਭਾਵਿਕ ਤੌਰ ਤੇ, ਕਿਉਂਕਿ ਬੋਲਣ ਵਾਲੇ ਦੀ ਭਾਵਨਾ ਹੁੰਦੀ ਉਹਨੂੰ ਨਹੀਂ ਪਤਾ। ਆਪਾਂ ਹੀ ਕਹੀ ਜਾਂਦੇ ਆ ਵੀ ਗੁਰੂ ਨਾਨਕ ਸਾਹਿਬ ਕਲਯੁਗ ਦੇ ਅਵਤਾਰ। ਯਾਰ ਕਲਯੁਗ ਦੇ ਅਵਤਾਰ ਥੋੜਾ ਨੇ, ਕਲਯੁਗ ਸਮੇਂ ਦੇ ਅਵਤਾਰ ਨੇ। ਕਲਯੁਗ ਦੇ ਅਵਤਾਰ ਤੇ ਆਪਾਂ ਮਾੜੀ ਸੋਚ, ਮਾੜਾ ਖਾਣਾ, ਮਾੜਾ ਬੋਲਣਾ, ਮਾੜਾ ਵੇਖਣਾ, ਅਸੀਂ ਕਲਯੁਗ ਦੇ ਅਵਤਾਰ ਆ। ਗੁਰੂ ਨਾਨਕ ਸਾਹਿਬ ਤੇ ਕਲਯੁਗ ਸਮੇਂ ਦੇ ਅਵਤਾਰ ਨੇ। ਜ਼ਿਆਦਾਤਰ ਸਟੇਜਾਂ ਤੇ ਅਸੀਂ ਇਹ ਸ਼ਬਦ ਵਰਤਦੇ ਰਹਿੰਦੇ ਆ, ਗੁਰੂ ਨਾਨਕ ਬਾਬਾ ਜੀ ਕਲਯੁਗ ਦੇ ਅਵਤਾਰ, ਕਲਯੁਗ ਦੇ ਅਵਤਾਰ। ਨਹੀਂ, ਕਲਯੁਗ ਵਕਤ ਸਮੇਂ ਦੇ ਅਵਤਾਰ ਹਨ। ਉਹ ਕਿਸੇ ਇੱਕ ਦੇ ਅਵਤਾਰ ਨਹੀਂ ਕਿ ਕਿਸੇ ਵਿਸ਼ਨੂੰ ਦੇ ਨੇ ਜਾਂ ਕਿਸੇ ਹੋਰ ਦੇ ਨੇ। ਕਹਿੰਦਾ ਜੀ ਉਹ ਕਲਯੁਗ ਵਕਤ ਦੇ ਅਵਤਾਰ ਨੇ, ਦੁਨੀਆ ਦੇ ਭਲੇ ਵਾਸਤੇ ਆਏ ਨੇ। ਸੰਸਾਰ ਟੇਢੇ ਰਾਹ ਤੇ ਤੁਰਿਆ ਜਾਂਦਾ ਹੈ, ਇਹ ਤੋਂ ਵੱਧ ਟੇਢਾ ਰਸਤਾ ਕੀ ਹੋਊਗਾ। ਸਿੱਧਾਂ ਨੇ ਸਿੱਧੀਆਂ ਕਮਾਈਆਂ, ਲੰਮੀਆਂ ਉਮਰਾਂ ਵਧਾ ਲੀਆਂ, ਪਰ ਹੰਕਾਰ ਦਾ ਤਲ, ਲਾਲਚ ਦਾ ਤਲ ਹੋਰ ਉੱਚਾ ਜਾਂਦਾ ਰਿਹਾ। ਜਦ ਕਿ ਭਗਤੀ ਅਤੇ ਤਿਆਗ ਨੇ ਤੇ ਹੰਕਾਰ ਕੱਢਣਾ ਸੀ, ਭਗਤੀ ਦਾ ਹੀ ਹੰਕਾਰ ਹੋ ਗਿਆ। ਬੰਦਾ ਦੁਨੀਆ ਦਾ ਹੰਕਾਰ ਛੱਡਣ ਵਾਸਤੇ ਬੰਦਗੀ ਕਰਦਾ ਹੈ, ਨਾਮ ਜਪਦਾ ਹੈ। ਜੇ ਬੰਦਗੀ ਤੇ ਨਾਮ ਦਾ ਹੀ ਹੰਕਾਰ ਹੋ ਜੇ ਜੀ, ਦੱਸੋ ਫਿਰ ਉਹਦਾ ਬੇੜਾ ਪਾਰ ਕੌਣ ਕਰੂਗਾ। ਡਾਕਟਰ ਕੋਲ, ਵੈਦ ਕੋਲ ਜਾਈਦਾ, ਦਵਾਈ ਦੇ ਦਿਓ ਜੀ, ਦਵਾਈ ਹੀ ਜਾਨ ਦਾ ਖਤਰਾ ਬਣ ਜੇ, ਸਾਈਡ ਇਫੈਕਟ ਕਰਨ ਲੱਗ ਜੀ, ਕੌਣ ਬਚਾਏਗਾ। ਹੈ ਕੋਈ ਉਪਰਾਲਾ। ਗੁਰੂ ਨਾਨਕ ਸਾਹਿਬ ਤੇ ਪਰਥਾਏ ਗੋਪੀ ਚੰਦ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਖਿਆ, ਉਹ ਇਸ ਵਕਤ ਵਿੱਚ ਆਪ ਨਿਰੰਕਾਰ ਦੇ ਅਵਤਾਰ ਨੇ। ਗੁਰਖ ਜੀ ਉਹਨਾਂ ਦੇ ਕੋਲੇ ਆਪਾਂ ਟਟਪੂੰਜੇ ਜੇ ਭੇਜਦੇ ਆ ਨਾ ਛੋਟੇ ਵੱਡੇ ਸਿੱਧ, ਇਹ ਧੂੜ ਦੇ ਕਿਣਕੇ ਨੇ, ਇਹਨਾਂ ਦੀ ਔਕਾਤ ਕੋਈ ਨਹੀਂ। ਗੋਰਖ ਬੈਨ ਭਨੈ ਸੁਣ ਕੇ, ਤਿਹ ਜਾਣਤ ਹੋਨੈ ਮੋਹਿ ਅਜਾਨਾ। ਗੁਰੂ ਨਾਨਕ ਸਾਹਿਬ ਦੀ ਮਹਿਮਾ ਸੁਣ ਕੇ ਗੋਰਖਨਾਥ ਪਤਾ ਕੀ ਕਹਿੰਦਾ ਗੋਪੀ ਚੰਦ, ਕਹਿੰਦਾ ਜਰਾ ਨੇੜੇ ਆ। ਕਹਿੰਦਾ ਜੋ ਤੂੰ ਕਹਿਣ ਲੱਗਿਆ ਨਾ, ਇਸ ਗੱਲ ਤੋਂ ਅਣਜਾਣ ਮੈਂ ਵੀ ਨਹੀਂ ਹਾਂ। ਸਤਿਨਾਮ, ਮੈਨੂੰ ਵੀ ਪਤਾ ਹੈ ਵੀ ਗੁਰੂ ਨਾਨਕ ਕੌਣ ਨੇ, ਜਾਣਦਾ ਤੇ ਹੈ ਆ। ਸਭ ਤੋਂ ਪਹਿਲਾਂ ਤੇ ਇਹੀ ਮਿਲਿਆ ਮਰਦ ਨੂੰ ਜਾ ਕੇ, ਕੀ ਸਿੱਧਾਂ ਨੂੰ ਪਤਾ ਨਹੀਂ ਗੁਰੂ ਨਾਨਕ ਕੌਣ ਨੇ। ਭਰਤਰੀ ਨਾਥ ਨੂੰ ਗੁਰੂ ਨਾਨਕ ਪਾਤਸ਼ਾਹ ਆਪ ਮਿਲ ਕੇ ਆਏ ਨੇ। ਯੋਗੀ ਭਰਤਰੀ, ਉਹਨੂੰ ਪਤਾ ਨਹੀਂ ਕੌਣ ਨੇ ਗੁਰੂ ਜੀ, ਜਿਹਨੂੰ ਸਤਿਯੁਗ ਵੇਲੇ ਦਾ ਰਾਜਾ ਜਨਕ ਕਹਿੰਦਾ ਹੈ, ਜਾਂ ਫਿਰ ਨਾਰਦ ਮੁਨੀ ਕਹਿੰਦਾ ਓਏ ਆਪ ਪਰਮਾਤਮਾ ਕਲਯੁਗ ਦੇ ਵਕਤ ਵਿੱਚ ਆਉਣਗੇ। ਕੀ ਸਿੱਧਾਂ ਨੂੰ ਨਹੀਂ ਪਤਾ? ਸਭ ਕੁਝ ਪਤਾ ਸੀ ਗੋਰਖਨਾਥ। ਪਿੱਛੋਂ ਮਰਦ ਨੇ ਕਿਹਾ ਨਾ, ਤੇਰੀ ਮਾਓ ਕੁਚੱਜੀ ਆਈ, ਕਿਉਂ ਕਹਿੰਦੇ ਸੀ? ਉਹਦੇ ਕਾਰਨ ਸੀ। ਗੋਰਖਨਾਥ ਸਭ ਕੁਝ ਜਾਣਦਾ ਸੀ, ਪਰ ਅੰਦਰੋਂ ਫਿਰ ਕੋਸ਼ਿਸ਼ ਕਰਦਾ ਸੀ ਵੀ ਜੇ ਕਿਤੇ ਰੱਬ ਮੈਨੂੰ ਹੀ ਰੱਬ ਮੰਨ ਲਿਆ। ਸਤਿਨਾਮ, ਆ ਸੀ ਅੰਦਰ ਵਹਿਮ ਭਰਮ ਸੀ। ਉਹ ਕਹਿੰਦਾ ਗੋਪੀ ਚੰਦ ਪਤਾ ਮੈਨੂੰ ਵੀ ਆ ਵੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਹਰਾ ਨਹੀਂ ਸਕਦੇ, ਪਰ ਜਿਹੜੀ ਮੇਰੀ ਮੰਡਲੀ ਹੈ, ਮੇਰੇ ਸਿੱਧ ਨੇ ਨਾ, ਇਹਨਾਂ ਨੂੰ ਲੰਮੀ ਉਮਰ ਦਾ ਹੰਕਾਰ ਹੈ, ਭਗਤੀ ਦਾ ਹੰਕਾਰ ਹੈ, ਜਪ ਤਪ ਸੰਜਮ ਦਾ ਹੰਕਾਰ ਹੈ, ਰਾਜ ਭਾਗ ਛੱਡਣ ਦਾ ਹੰਕਾਰ ਹੈ। ਵੀ ਇਹਨੂੰ ਵੀ ਤੇ ਕੋਈ ਤੋੜੂਗਾ, ਮੈਂ ਤੋੜ ਨਹੀਂ ਸਕਦਾ, ਕਿਉਂਕਿ ਮੈਨੂੰ ਤੇ ਆਪ ਹੰਕਾਰ ਆ। ਸਤਿਨਾਮ, ਮੈਂ ਨਹੀਂ ਕੱਟ ਸਕਦਾ। ਕੋਈ ਵੀ ਡਾਕਟਰ ਆਪਣਾ ਰੋਗ ਆਪ ਦੂਰ ਨਹੀਂ ਕਰ ਸਕਦਾ, ਦੂਜਾ ਵੈਦ ਹਕੀਮ ਡਾਕਟਰ ਠੀਕ ਕਰੇ। ਕੋਈ ਵੀ ਮਾਪੇ ਲੱਖ ਟੀਚਰ ਹੋਣ, ਪ੍ਰੋਫੈਸਰ ਹੋਣ, ਪਰ ਆਪਣੇ ਬੱਚਿਆਂ ਨੂੰ ਹੈਂਡਲ ਨਹੀਂ ਕਰ ਸਕਦੇ, ਟਿਊਸ਼ਨ ਨਹੀਂ ਪੜ੍ਹਾ ਸਕਦੇ।
ਵੱਡੇ ਵੱਡੇ ਡਾਕਟਰ ਲੋਕਾਂ ਦੇ ਆਪਰੇਟ ਕਰ ਸਕਦੇ ਆ 3-3 ਹਜ਼ਾਰ ਕਿਲੋਮੀਟਰ ਦੂਰ ਬੈਠ ਕੇ ਆਨਲਾਈਨ ਆਪਰੇਸ਼ਨ ਬ੍ਰੇਨ ਦਾ ਰਿਪੋਰਟ ਨਾਲ। ਪਰ ਆਪਣੇ ਧੀ ਪੁੱਤ ਦੀ ਉਂਗਲੀ ਦੀ ਸਰਜਰੀ ਨਹੀਂ ਕਰ ਸਕਦੇ, ਹੱਥ ਕੰਬ ਜਾਂਦੇ ਆ। ਗੋਰਖਨਾਥ ਨੂੰ ਪਤਾ ਹੈ ਵੀ ਮੇਰੀ ਸਿੱਧ ਮੰਡਲੀ 'ਚ ਹੰਕਾਰ ਬੜਾ ਹੈ, ਹੰਕਾਰ ਦਾ ਸਤਰ ਵੱਧਦਾ ਜਾਂਦਾ ਹੈ, ਮੈਂ ਵੀ ਇਹਨਾਂ ਦਾ ਮਾਣ ਤੋੜ ਨਹੀਂ ਸਕਦਾ। ਸਿੱਧਨ ਮੈਂ ਵੱਡ ਮਾਨ ਹੁਤੋ ਤਿਸ ਨਾਸਨ ਕੇ ਹਿਤ ਤੂਸਨ ਥਾਨਾ। ਮੈਂ ਤੇ ਤਾਂ ਚੁੱਪ ਕਰਿਆ ਬੈਠਾ ਵੀ ਜੇ ਸਿੱਧਾਂ ਦਾ ਮਾਣ ਟੁੱਟ ਜੇ, ਹੰਕਾਰ ਟੁੱਟ ਜੇ, ਕਮ ਸੇ ਕਮ ਬੰਦੇ ਹੀ ਬਣ ਜਾਣ। ਮਾਫ ਕਰਿਓ, ਇੱਕ ਪਾਪੀ ਬੰਦਾ ਤੇ ਰੱਬ ਦੇ ਘਰੇ ਆ ਕੇ ਬਖਸ਼ਿਆ ਜਾ ਸਕਦਾ ਹੈ ਜੇ ਉਹਨੇ ਜਾਣੇ ਅਣਜਾਣੇ ਪਾਪ ਕੀਤੇ ਆ, ਰੱਬ ਦੇ ਘਰੇ ਅਰਦਾਸ ਕੀਤੀ ਤੇ ਪਰਮਾਤਮਾ ਨੇ ਬਖਸ਼ ਲਿਆ। ਸੁਣਿਓ, ਇੱਕ ਧਰਮੀ ਬੰਦਾ ਕ੍ਰਿਮੀਨਲ ਹੋਵੇ, ਪਖੰਡ ਦੀ ਦੁਨੀਆ ਵਿੱਚ ਆ ਕੇ ਪਾਪ ਕਰੇ, ਲੋਕਾਂ ਤੇ ਅਤਿਆਚਾਰ ਕਰੇ, ਸੋਚ ਕੇ ਦੱਸਿਓ ਜੀ ਕਿਹੜੇ ਰੱਬ ਦੀ ਦਰਗਾਹ ਤੇ ਕਿਹੜਾ ਗੁਰੂ ਘਰ ਹੈ ਤੇ ਕਿਹੜਾ ਧਰਮ ਹੈ। ਉਸ ਧਰਮੀ ਅਪਰਾਧੀ ਨੂੰ ਬਖਸ਼ ਲਿਆ। ਆਖੋ ਸਤਿਨਾਮ ਹੈ। ਬਿਲਕੁਲ ਪਾਪੀ ਨੂੰ ਤੇ ਰੱਬ ਦਾ ਘਰ ਬਖਸ਼ ਸਕਦਾ, ਜਿਹੜਾ ਰੱਬ ਦੇ ਘਰ ਵਿੱਚ ਰਹਿ ਕੇ ਪਾਪ ਕਰੇ ਉਹਨੂੰ ਕਿਹੜੀ ਦਰਗਾਹ ਬਖਸ਼ੂ? ਅਜੇ ਤੱਕ ਤਾਂ ਨਹੀਂ ਬਣੀ ਤੇ ਨਾ ਬਣਨੀ ਹੈ। ਇਸ ਲਈ ਡਰਨਾ ਚਾਹੀਦਾ ਪਰਮਾਤਮਾ। ਗੋਰਖਨਾਥ ਨੇ ਸਪਸ਼ਟ ਕਹਿ ਦਿੱਤਾ, ਇਹ ਲੋਕ ਹੰਕਾਰ ਕਰਦੇ ਨੇ ਭਗਤੀ ਦਾ, ਬੰਦਗੀ ਦਾ, ਤੇ ਗੁਰੂ ਤੇ ਇਹਨਾਂ ਦਾ ਮੈਂ ਆ, ਮੈਥੋਂ ਇਹਨਾਂ ਦੇ ਵਹਿਮ ਦੂਰ ਨਹੀਂ ਹੁੰਦੇ, ਕਿਉਂਕਿ ਮੈਥੋਂ ਵੱਧ ਤਪ ਕਰੀ ਫਿਰਦੇ ਆ। ਇੱਕੋ ਇੱਕ ਪਰਮੇਸ਼ਵਰ ਆਪ ਨੇ, ਗੁਰੂ ਨਾਨਕ ਪਾਤਸ਼ਾਹ, ਹੋ ਸਕਦਾ ਇਹਨਾਂ ਦਾ ਮਾਣ ਤੋੜ ਦੇ। ਮੈਂ ਇਸ ਲਈ ਚੁੱਪਾਂ, ਪਤਾ ਮੈਨੂੰ ਸਾਰਾ ਕੁਝ ਹੈ। ਈਸ਼ਰ ਨਾਥ ਸਮੀਪ ਬੋਲਾਏ ਕੈ ਗੋਰਖਨਾਥ ਨੇ ਆਇਸ ਦੀਨੇ। ਕਿਉਂਕਿ ਗੋਰਖਨਾਥ ਇਸ ਕਰਕੇ ਜਾਣਦਾ, ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਸਾਹਿਬ ਜਦੋਂ ਸਮੇਰ ਪਰਬਤ ਤੇ ਚੜੇ ਆ, ਭੱਜਿਆ ਤੇ ਗੋਰਖੀ ਆਇਆ, ਕਹਿੰਦਾ ਉਹ ਬੱਚਿਓ ਕਿੱਧਰ ਚੱਲੇ ਹੋ ਮਾਲਿਓ। ਜਦੋਂ ਇਹ ਜਾਣ ਲਿਆ ਵੀ ਇਹ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ, ਮੇਰਾ ਤੇ ਗਿਆਨ ਇਹਨਾਂ ਸਾਹਮਣੇ ਬੌਣਾ ਏ, ਫਿਰ ਉਹਨੂੰ ਇਹ ਤੇ ਪਤਾ ਨਾ ਵੀ ਜਦੋਂ ਮੈਂ ਇਹਨਾਂ ਸਾਹਮਣੇ ਜ਼ੀਰੋ ਆ ਤੇ ਮੇਰੇ ਚੇਲੇ ਚਾਟੜੇ ਕੀ ਨੇ। ਇੱਕ ਵੱਡਾ ਇੰਜੀਨੀਅਰ ਕਿਸੇ ਕੰਮ ਤੋਂ ਜਵਾਬ ਦੇ ਦੇ ਤੇ ਛੋਟੇ ਛੋਟੇ ਦੇਸੀ ਮਿਸਤਰੀ ਕੀ ਕਰ ਸਕਦੇ ਆ? ਕੁਝ ਵੀ ਨਹੀਂ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਰਥਾਏ ਇੰਨੇ ਇੱਕ ਬਚਨ ਸੁਣ ਕੇ ਨਾ ਉਹਨੇ ਆਪਣੀਆਂ ਗੱਲਾਂ ਨੂੰ ਡਾਇਵਰਟ ਕਰ ਲਿਆ ਗੋਰਖਨਾਥ ਨੇ। ਉਹਨੇ ਫਿਰ ਪਤਾ ਕੀ ਕਿਹਾ? ਕੋਲ ਬੈਠਾ ਸੀ ਈਸ਼ਰਨਾਥ, ਸਿੱਧ ਹੈ, ਇਹ ਵੀ ਰਾਜਾ ਸੀ ਈਸ਼ਰ। ਬੁਲਾ ਲਿਆ, ਕਹਿੰਦਾ ਜਾ ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਨੂੰ ਮਿਲ ਕੇ ਆ। ਕਿਉਂਕਿ ਉਦੋਂ ਨਹੀਂ ਸੀ ਕਿਹਾ ਜਾਂਦਾ ਵੀ ਗੁਰੂ ਨਾਨਕ ਸਾਹਿਬ ਸਿੱਖਾਂ ਦੇ ਗੁਰੂ ਨੇ। ਅਜੇ ਤੇ ਸਿੱਖ ਪੰਥ ਦਾ ਆਗਾਜ਼ ਹੋਇਆ ਹੀ ਨਹੀਂ ਸੀ। ਘਰ ਘਰ ਮਰਜ ਸਿੱਖੀ ਵੰਡ ਰਹੇ ਨੇ, ਵਰਤਾ ਰਹੇ ਆ। ਸਿੱਖ ਧਰਮ ਕੋਈ ਛੋਟਾ ਮੋਟਾ ਧਰਮ ਤੇ ਹੈ ਨਹੀਂ ਵੀ ਦੁਨੀਆ ਦੇ ਧਰਮਾਂ 'ਚ ਗਿਣੀਏ ਤੇ ਸਾਨੂੰ ਖੁਸ਼ੀ ਹੋ ਜੇ ਵੀ ਲੈ ਆ ਇਸਲਾਮ ਧਰਮ ਹੈ, ਹਿੰਦੂ ਧਰਮ ਹੈ, ਹਿੰਦੂਜ਼ਮ ਆ ਗਿਆ, ਫਲਾਣਾ ਆ ਗਿਆ, ਲੈ ਜੀ ਅਸੀਂ ਸਿੱਖ ਵੀ ਆ ਗਏ, ਅਸੀਂ ਇਹ ਚਾਹਤ ਵੀ ਇੰਟਰਨੈਸ਼ਨਲ ਪੱਧਰ ਤੇ ਆ ਗਏ। ਅਸੀਂ ਕਿਹੜੀ ਦੁਨੀਆ 'ਚ ਫਿਰਦੇ ਆ? ਗੁਰੂ ਨਾਨਕ ਸਾਹਿਬ ਮਹਾਰਾਜ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨੇ। ਉਹ ਪਾਰਟਿਕੂਲਰ ਕੋਈ ਧਰਮ ਚਲਾਉਣ ਦੀ ਦੁਨੀਆ ਤੇ ਆਏ। ਉਹ ਤੇ ਰੱਬ ਦਾ ਵਿਧਾਨ, ਕੁਦਰਤ ਦਾ ਗਿਆਨ ਤੇ ਪਰਮੇਸ਼ਵਰ ਦੀ ਬੰਦਗੀ ਕੀ ਆ ਤੇ ਧਰਤੀ ਤੇ ਧਰਮਾਂ ਦੇ ਨਾਂ ਤੇ ਜੋ ਲੋਕ ਪਖੰਡ ਕਰਦੇ ਰਹੇ ਉਹ ਚੋਂ ਕੱਢਣ ਆਏ ਨੇ। ਕੋਈ ਧਰਮ ਚਲਾਉਣ ਥੋੜਾ ਆਏ ਸੀ। ਉਹਨਾਂ ਦਾ ਧਰਮ ਕੀ ਸੀ? ਨਾਨਕ ਨਿਰਮਲ ਪੰਥ ਚਲਾਇਆ। ਉਹਨਾਂ ਦਾ ਪੰਥ ਹੈ ਨਿਰਮਲ। ਨਿਰਮਲ ਤੋਂ ਭਾਵ ਉਜਲਾ, ਮੈਲ ਤੋਂ ਰਹਿਤ, ਵਿੱਚ ਕੋਈ ਕਰਮ ਕਾਂਡ ਨਹੀਂ, ਕੋਈ ਪਖੰਡ ਨਹੀਂ। ਈਸ਼ਰਨਾਥ ਨੂੰ ਕੋਲੇ ਬੁਲਾਇਆ, ਕਹਿੰਦੇ ਤੂੰ ਜਾ ਬਹਿਸ ਕਰੀ ਉਹਨਾਂ ਨਾਲ, ਚਰਚਾ, ਐਸੀ ਚਰਚਾ ਕਰ, ਮੈਨੂੰ ਪਤਾ ਤੂੰ ਵਿਦਵਾਨ ਵੱਡਾ ਏ, ਗਿਆਨੀ ਵੱਡਾ ਏ, ਉਹਨਾਂ ਨੂੰ ਹਰਾ ਦੇਵੀਂ। ਜਾਹੋ ਤਪੇ ਟਿਗ ਤਾਹੇ ਬਿਲਕੋ ਬਾਦ ਵਿਖੇ ਮਤ ਜਾਹਿ ਪਰ ਬੀਨੀ। ਕਹਿੰਦਾ ਮੈਨੂੰ ਪਤਾ ਹੈ ਤਪਾ ਜੀ ਵਾਦ ਵਿਵਾਦ ਵਿੱਚ ਬੜੇ ਗਹਿਰੇ ਨੇ। ਗੁਰੂ ਨਾਨਕ ਸਾਹਿਬ ਨੂੰ ਤਪਾ ਜੀ ਕਹਿੰਦੇ ਆ। ਉਹਨਾਂ ਸਮਿਆਂ ਦੇ ਵਿੱਚ ਗੁਰੂ ਸ਼ਬਦ ਪ੍ਰਚਲਿਤ ਨਹੀਂ। ਆਮ ਪੜੋ ਭਾਈ ਗੁਰਦਾਸ ਦੀਆਂ ਵਾਰਾਂ, ਘਰ ਘਰ ਬਾਬਾ ਗਾਵੀਏ, ਬਾਬਾ ਕਿਹਾ ਜਾਂਦਾ ਸੀ। ਜਾਹਰ ਵੀਰ ਜਗਤ ਗੁਰ ਬਾਬਾ, ਗੁਰੂ ਬਾਬਾ, ਗੁਰੂ ਬਾਬਾ। ਭਾਈ ਮਰਦਾਨਾ ਵੀ ਕਹਿੰਦੇ ਰਹੇ ਆ। ਅੱਜ ਵੀ ਪਾਕਿਸਤਾਨ ਜਾਓ, ਅਫਗਾਨ ਜਾਓ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗੁਰੂ ਬਾਬਾ ਕਹਿ ਕੇ ਪੁਕਾਰਿਆ ਜਾਂਦਾ। ਬਾਬਾ ਨਾਨਕ
ਜਾਂ ਹਜ਼ਰਤ ਦੇ ਨਾਮ ਦੇ ਨਾਲ ਉਚਾਰਦੇ ਨੇ। ਗੁਰੂ ਸ਼ਬਦ ਬੜੇ ਲੰਮੇ ਸਮੇਂ ਬਾਅਦ ਪ੍ਰਚਲਿਤ ਹੋਇਆ, ਕਿਉਂਕਿ ਬਾਬਾ ਸ਼ਬਦ ਤੇ ਗੁਰੂ ਸ਼ਬਦ ਦੀ ਪਰਿਭਾਸ਼ਾ ਡਿੱਟੋ ਹੈ, ਉਹ ਫਰਕ ਥੋੜੀ ਹੈ। ਬਾਬਾ ਕੀ ਕਹਿੰਦੇ ਆ? ਜੋ ਮਹਾਨ ਗਿਆਨਵਾਨ ਪੁਰਸ਼ ਹੋਵੇ ਤੇ ਗੁਰੂ ਕੀ ਕਹਿੰਦੇ ਆ? ਜੋ ਹਨੇਰੇ ਤੋਂ ਬਾਹ ਫੜ ਕੇ ਚਾਨਣ ਚ ਲੈ ਆਵੇ, ਹੈ ਤੇ ਸੇਮ ਹੀ ਹੈ, ਫਰਕ ਤੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅੱਜ ਵੀ ਬਾਬਾ ਗੁਰੂ ਨਾਨਕ ਨਾਮ ਦੇ ਨਾਲ ਪੁਕਾਰਿਆ ਜਾਂਦਾ ਹੈ, ਕਿਉਂਕਿ ਉਹ ਸਨ ਬਾਬੇ ਜਿਨ੍ਹਾਂ ਦੇ ਚਲਾਏ ਰਾਹਾਂ ਤੇ ਦੁਨੀਆ ਅੱਜ ਵੀ ਚੱਲ ਕੇ ਫਖਰ ਕਰਦੀ ਹੈ। ਈਸ਼ਰਨਾਥ ਨੂੰ ਕਿਹਾ ਤਪਾ ਜੀ ਨੂੰ ਮਿਲ ਜਾ ਕੇ। ਤਪਾ ਜੀ ਕਿਉਂ ਕਹਿੰਦੇ ਆ? ਤਪੱਸਿਆ ਕਰਦੇ ਸੀ। ਬਹੁਤ ਪਿਆਰਾ ਸ਼ਬਦ ਹੈ। ਕਹਿੰਦਾ ਜੀ ਚਿੰਤਾ ਹੀ ਨਾ ਕਰੋ ਗੁਰੂਦੇਵ, ਤਪਾ ਜੀ ਨੂੰ ਲੈ ਕੇ ਆਵਾਂਗਾ, ਸਿੱਧ ਮੰਡਲੀ 'ਚ ਬਿਠਾਵਾਂਗਾ, ਉਹ ਝੁਕਣਗੇ, ਤੁਹਾਨੂੰ ਗੁਰੂ ਆਖਣਗੇ। ਪਾਛੇ ਕੋ ਜੀਤ ਕਹਿ ਦੇਹੋ ਹਟਾਏ, ਲਖੋ ਸਭ ਤੇ ਤਬ ਬੁੱਧ ਕੋ ਪੀਨੀ। ਤੁਸੀਂ ਉਹਨਾਂ ਨੂੰ ਗਿਆਨਵਾਨ ਨਾ ਆਖੋ। ਈਸ਼ਰਨਾਥ ਦਾ ਹਉਮੈ ਹੰਕਾਰ ਬੋਲਦਾ ਹੈ, ਜਾਂ ਤੇ ਉਹਨਾਂ ਨੂੰ ਮੰਡਲੀ 'ਚ ਲੈ ਆਵਾਂਗਾ, ਜਾਂ ਹਰਾ ਕੇ ਬੇਰੰਗ ਚਿੱਠੀ ਵਾਂਗੂ ਵਾਪਸ ਕਰਾਂਗਾ। ਨਾਨਕ ਤਪਾ ਜੀ ਮੇਰੇ ਸਾਹਮਣੇ ਕੁਛ ਵੀ ਨਹੀਂ। ਸਿੱਧਾਂ ਦਾ ਪ੍ਰਚੰਡ ਹੰਕਾਰ ਬੋਲਦਾ ਹੈ। ਐਵੇਂ ਥੋੜਾ ਦਾਪੇ ਮਾਰਨ ਜਾਂਦੇ ਸੀ ਗੁਰੂ ਪਾਤਸ਼ਾਹ, ਪਰ ਮੇਰੇ ਸਤਿਗੁਰਾਂ ਦੀ ਹਲੀਮੀ, ਨਿਮਰਤਾ, ਪਿਆਰ। ਇੱਕ ਦਿਨ ਤੇ ਭਾਈ ਮਰਦਾਨੇ ਨੇ ਵੀ ਕਹਿਤਾ ਸੀ, ਬਾਬਾ ਇੱਕ ਅੱਧੇ ਦੇ ਗਾਟੇ ਤੇ ਮਾਰੋ, ਲੱਤ ਬਾਂਹ ਤੋੜ ਦਿਓ। ਮੁੜ ਕੇ ਮਰਦ ਕਹਿੰਦੇ ਨਹੀਂ ਉਹ ਮਰਦਾਨਿਆ, ਲੜਨ ਥੋੜਾ ਆਏ ਆ, ਵਿਚਾਰਾਂ ਦੇ ਤਲ ਤੇ ਇਹਨਾਂ ਦਾ ਹੰਕਾਰ ਤੋੜਾਂਗੇ, ਨਹੀਂ ਇਹਨਾਂ ਨੇ ਦੁਨੀਆ ਨੂੰ ਹੋਰ ਸਤਾ ਦੇਣਾ, ਹੋਰ ਦੁਖੀ ਕਰ ਦੇਣਾ ਹੰਕਾਰ ਤੇ ਪਖੰਡ। ਈਸ਼ਰਨਾਥ ਫੀਲਿੰਗ ਲੈਂਦਾ ਹੈ ਹਰਾਉਣ ਦੀ। ਉਹਨੂੰ ਲੱਗਦਾ ਵੀ ਗੋਪੀ ਚੰਦ ਵਰਗੇ, ਭਰਥਰੀ ਵਰਗੇ ਜਿੰਨੇ ਗਏ ਆ ਸਭ ਖਾਲੀ ਮੁੜ ਆਏ, ਮੇਰੇ ਤੋਂ ਵੱਡਾ ਗਿਆਨੀ ਕੋਈ ਨਹੀਂ। ਨਾਤਰ ਆਪਣੋ ਦੇ ਉਪਦੇਸ਼, ਸਿਖਾਵੋ ਜੋਗ ਕੀ ਰੀਤ ਜੇ ਕੀਨੇ। ਕਹਿੰਦਾ ਗੁਰੂ ਜੀ ਜੇ ਮੈਂ ਗੁਰੂ ਬਾਬਾ ਜੀ ਨੂੰ ਇੱਥੇ ਲੈ ਆਇਆ ਨਾ, ਕੰਨ ਪਾੜ ਕੇ ਮੁੰਦਰਾਂ ਪਾ ਦਿਓ, ਆਪਣਾ ਯੋਗ ਸਿਖਾ ਦਿਓ। ਗੋਰਖਨਾਥ ਅੰਦਰੋਂ ਅੰਦਰ ਹੱਸੇ, ਕਹਿੰਦਾ ਲੈ ਤੇ ਆਖੋ ਸਤਿਨਾਮ, ਮੁੰਦਰਾਂ ਮੈਂ ਪਾ ਦਿਆਂਗਾ। ਪਤਾ ਤੇ ਉਹਨੂੰ ਵੀ ਹੈ ਵੀ ਜਿਨ੍ਹਾਂ ਨੇ ਮੈਨੂੰ ਚਲਾ ਮਾਰਿਆ, ਕਿਉਂਕਿ ਸਭ ਤੋਂ ਪਹਿਲਾਂ ਜਦੋਂ ਮੁਲਾਕਾਤ ਗੁਰੂ ਨਾਨਕ ਪਾਤਸ਼ਾਹ ਨਾਲ ਸੁਮੇਰ ਪਰਬਤ ਤੇ ਗੋਰਖਨਾਥ ਦੀ ਹੁੰਦੀ ਹੈ ਨਾ, ਜਦੋਂ ਗੋਰਖਨਾਥ ਦਾ ਜ਼ੋਰ ਨਾ ਮਰਜ ਤੇ ਚੱਲਿਆ, ਉਹ ਜਿਸ ਸਿਲਾ ਤੇ ਪੱਥਰ ਤੇ ਮਰਜ ਬੈਠੇ ਉਹਨੇ ਉਹਨੂੰ ਉਲਟਾਉਣਾ ਚਾਹਿਆ ਵੀ ਥੱਲੇ ਦੱਬ ਦੇ। ਜਿੱਥੇ ਸਿੱਧਾਂ ਦਾ ਗੁਰੂ ਜ਼ੋਰ ਲਾ ਕੇ ਕਰਾਮਾਤ ਦਾ ਕਲਪ ਗਿਆ, ਤੇ ਫਿਰ ਸਿੱਧ ਸੁੱਧ ਜੇਗੀ ਚੀਜ਼ਾਂ ਨੇ ਕੁਛ ਵੀ ਨਹੀਂ। ਸਿੱਧ ਗੋਸ਼ਟ ਦੀ ਬਾਣੀ ਪੜ੍ਹਿਓ ਤੁਹਾਨੂੰ ਸਮਝ ਆਊਗੀ। ਉਹ ਕਿੱਡੇ ਗਹਿਰੇ ਸੀ, ਕਿੰਨੇ ਡਾਢੇ ਸੀ। ਕਹਿੰਦੇ ਜੀ ਬਸ ਯੋਗੀ ਬਣਾ ਲਓ। ਫਿਰ ਇਹ ਔਰੰਗਜ਼ੇਬ ਤੋਂ ਘੱਟ ਨੇ। ਔਰੰਗਜ਼ੇਬ ਦਾ ਵੀ ਤੇ ਇਹੀ ਰੋਲ ਸੀ ਵੀ ਮੈਂ ਸਾਰਿਆਂ ਨੂੰ ਮੁਸਲਮਾਨ ਬਣਾ ਦਿਆਂਗਾ, ਮੋਮਨ ਬਣਾ ਦਿਆਂਗਾ। ਯੋਗੀ ਕੀ ਕਰਦੇ ਫਿਰਦੇ? ਬਸ ਮਾਫ ਕਰਿਓ, ਜਿਹਦਾ ਜ਼ੋਰ ਚੱਲ ਜੇ ਉਹ ਵੱਡਾ ਹੈ, ਜਿਹਦਾ ਦਾ ਨਹੀਂ ਲੱਗਿਆ ਉਹੀ ਸਾਧੂ ਆਖੋ ਸਤਿਨਾਮ। ਜਿਹਦਾ ਦਾ ਨਹੀਂ ਨਾ ਲੱਗਾ ਉਸੇ ਨੂੰ ਦੁਨੀਆ ਸਾਧ ਕਹਿੰਦੀ ਫਿਰਦੀ, ਜਿਹਦਾ ਲੱਗ ਗਿਆ ਉਹ ਪਰਵਾਹ ਨਹੀਂ ਕਰਦਾ ਕਿਸੇ। ਸਭ ਧਰਮਾਂ ਨੇ ਕੀ, ਯਹੂਦੀਆਂ ਨਾਲ ਕੀ ਕੁਛ ਹੁੰਦਾ ਰਿਹਾ, ਪੜ੍ਹਦੇ ਹੋ ਇਤਿਹਾਸ, ਕੀ ਕੁਝ ਨਹੀਂ ਹੋਇਆ। ਹਿਟਲਰ ਦੀਆਂ ਫੌਜਾਂ ਕੀ ਕੁਛ ਕਰਦੀਆਂ ਰਹੀਆਂ, ਲੱਖਾਂ ਦੇ ਹਿਸਾਬ ਨਾਲ ਕਤਲੇਆਮ ਇਜ਼ਰਾਈਲ ਦੇ ਲੋਕਾਂ ਦਾ ਕੀਤਾ ਗਿਆ। ਕਾਹਦੇ ਲਈ? ਪੂਰਾ ਬੋਝ ਲੁੱਟਣਾ ਹੈ। ਹਰ ਵੇਲੇ ਹੋਇਆ, ਇਸਲਾਮ 'ਚ ਵੀ ਹੋ ਰਿਹਾ, ਆਉਣ ਵਾਲੇ ਸਮੇਂ 'ਚ ਸਾਰਿਆਂ 'ਚ ਹੋਊਗਾ। ਇਹ ਕੀ ਹੈ? ਇਹ ਉਹੀ ਸੋਚ ਚੱਲਦੀ ਆਉਂਦੀ ਸਿੱਧਾਂ ਵਾਲੀ, ਜੋ ਕਦੇ ਡਾਇਲੂਟ ਹੋ ਕੇ, ਡਾਇਵਰਟ ਹੋ ਕੇ ਔਰੰਗਜ਼ੇਬ ਦੇ ਰੂਪ ਵਿੱਚ ਆਈ। ਉਹਨੇ ਵੀ ਕਿਹਾ ਮੈਂ ਸਭ ਨੂੰ ਆਪਣੇ ਨਾਲ ਜੋੜ ਦਾਂਗਾ, ਮੈਂ ਰਹਿਬਰ ਬਣੂੰਗਾ। ਗੁਰੂ ਨਾਨਕ ਸਾਹਿਬ ਮਹਾਰਾਜ ਬੇਸ਼ੱਕ ਉਹਨਾਂ ਹਥਿਆਰ ਨਹੀਂ ਚੁੱਕਿਆ, ਪਰ ਹਰ ਜੰਗ ਉਹਨਾਂ ਦਿੱਤੀ ਹੈ। ਬਾਬਰ ਵਰਗਿਆਂ ਨੂੰ ਉਹਨਾਂ ਜਾਬਰੇ ਆਖਿਆ ਏ, ਕਬਿਤ ਆਇਸ ਕੋ ਪਾਏ ਤਾਤ ਕਾਲ ਗਇਓ ਆਏ, ਜਹਾਂ ਬੈਠੇ ਸੁਖਦਾਏ ਸੋਹੈ ਉੱਚੇ ਗਿਰਸ ਰੰਗ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਮੀਨਾ ਪਰਬਤ ਤੋਂ ਚੱਲ ਕੇ ਅਗਲੇ ਪਰਬਤ ਤੇ ਆਏ, ਜਿਹਦਾ ਨਾਮ ਹੈ ਸਾਰੰਗ ਪਰਬਤ। ਇਹ ਕਈ ਪਹਾੜ ਨੇ, ਸੁਮੇਰ ਦੇ ਨਾਲ ਦੀਆਂ ਚੋਟੀਆਂ ਨੇ, ਊਨਾ ਪਰਬਤ, ਮੀਨਾ ਪਰਬਤ, ਸਾਰੰਗ ਪਰਬਤ ਅੱਜ ਵੀ ਮੌਜੂਦ ਨੇ। ਇਹ ਈਸ਼ਰਨਾਥ ਆ ਗਿਆ ਮਹਾਰਾਜ ਕੋਲ ਚੱਲ ਕੇ। ਇਹ ਬੜੇ ਢੰਗ ਨਾਲ, ਕਿਉਂਕਿ ਜਿਹੜੇ ਪਹਿਲਾਂ ਫੁਗਰੇ ਜੇ ਆਏ ਸੀ ਨਾ, ਵੱਡੀ ਵੱਡੀ ਹਵਾ ਕਰਨ ਵਾਲੇ, ਉਹ ਥੋੜੇ ਘੱਟ ਉਮਰ ਵਾਲੇ ਸੀ, ਕੋਈ 4000 ਸਾਲ, ਕੋਈ 5000। ਇਹ ਜਿੰਨੀਆਂ ਲੰਮੀਆਂ ਉਮਰਾਂ ਵਾਲੇ ਆ ਨਾ, ਇਹ ਥੋੜਾ ਜਿਹਾ ਸੰਜਮ ਰੱਖਦੇ ਆ।
ਕਦੇ ਨੋਟ ਕੀਤਾ ਹੈ? ਭਾਰਤ ਵਿੱਚ ਹਮੇਸ਼ਾ ਬੁੱਢਿਆਂ ਦਾ ਹੀ ਰਾਜ ਰਿਹਾ ਹੈ। ਪ੍ਰਧਾਨ ਮੰਤਰੀ ਤੋਂ ਲੈ ਕੇ ਕੋਈ MLA MP ਉਹ 50 ਤੋਂ ਉੱਪਰ ਵਾਲੇ ਹੀ ਹੁੰਦੇ ਆ, 70-80 ਟੱਪੇ ਹੁੰਦੇ ਰਹਿੰਦੇ ਆ। ਤੁਰੇ ਨਹੀਂ ਫਿਰਦੇ ਨਵੀਆਂ ਪਾਰਟੀਆਂ ਬਣਾਉਣ ਵਾਲੇ ਕਬਰਾਂ 'ਚ ਲੱਤਾਂ 85-85 ਸਾਲ ਦੇ, ਇਹ ਵੀ ਨਹੀਂ ਮਰਦੇ। ਕਿਉਂ? ਇਹਨਾਂ ਨੂੰ ਪਤਾ ਹੈ ਵੀ ਸਾਨੂੰ ਇਹ ਲੋਕ ਚਲਾਉਣੇ ਆਉਂਦੇ ਆ। ਬਜ਼ੁਰਗਾਂ ਦੇ ਅੰਦਰ ਸਹਿਣਸ਼ੀਲਤਾ ਬੜੀ ਹੁੰਦੀ ਹੈ, ਗਾਲਾਂ ਕੱਢ ਦੋ, ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ। ਤੇ ਨੌਜਵਾਨ ਮੰਤਰੀ ਹੋਵੇ, ਉਹ ਕਹਿੰਦਾ ਉਹ ਰਾੜ ਦਿਓ ਸਾਰਿਆਂ ਨੂੰ, ਵੇਖੀ ਜਾਊਗੀ, ਚੱਕ ਦਿਓ। ਹੁਣ ਗਰਮ ਹੁੰਦਾ ਹੈ। ਜਿਹੜੇ ਸਿੱਧ ਪਹਿਲਾਂ ਆਏ ਸੀ ਉਹ ਕੌਣ ਸੀ? ਕਹਿੰਦੇ ਬਸ ਜਾ ਬਾਬਾ ਨਾਨਕ ਰਹੂ ਜਾਸੀ ਰਹਾਂਗੇ। ਸ਼ਰਮਿੰਦੇ ਜੋ ਕੇ ਮੁੜ ਗਏ। ਆ ਜਿੰਨੇ ਆਉਂਦੇ ਆ ਵੱਡੀਆਂ ਉਮਰਾਂ ਵਾਲੇ ਆ, ਸਿਆਣੇ ਆ, ਸੂਝਵਾਨ ਨੇ। ਸਿਆਣਾ ਉਸੇ ਨੂੰ ਕਿਹਾ ਜਾਂਦਾ ਹੈ ਜਿਹੜਾ ਹਮੇਸ਼ਾ ਵਕਤ ਦੀ ਨਜ਼ਾਕਤ ਨੂੰ ਪਛਾਣਦਾ ਹੈ। ਐਵੇਂ ਨਹੀਂ ਹਰ ਵੇਲੇ ਲੜਨ ਨੂੰ ਤਿਆਰ ਵੀ ਕਿਸੇ ਨੇ ਮਾੜਾ ਬੋਲਤਾ ਤੇ ਮੈਂ ਅੱਗੋਂ ਬੋਲਦਾ ਨਹੀਂ। ਗੁਰੂ ਨਾਨਕ ਸਾਹਿਬ ਕੋਲੇ ਆਇਆ, ਦੋਨੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਆਦੇਸ਼ ਆਦੇਸ਼, ਸੰਗਤ ਕੋ ਆਦੇਸ਼। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਓ ਮਹਾਂਪੁਰਖੋ ਜੀ ਆਏ। ਦੇਖੋ ਕਿੰਨੇ ਪਿਆਰ ਦੇ ਵਿੱਚ ਸਿੱਧ ਪੁਰਸ਼ੋ, ਆਓ ਜੀ ਤੁਹਾਨੂੰ ਹੀ ਉਡੀਕਦੇ ਹਾਂ। ਉਚਰ ਆਦੇਸ਼ ਕੋ ਸਮੀਪ ਗਇਓ ਬੈਸ ਤਬ, ਪ੍ਰਭੂ ਕੋ ਆਦੇਸ਼ ਗੁਰੂ ਕਾ ਹੀ ਤੇ ਸੰਗ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੱਥ ਜੋੜ ਕੇ ਆਖਿਆ ਅਕਾਲ ਪੁਰਖ ਨੂੰ ਆਦੇਸ਼, ਸਤਿਪੁਰਸ਼ੋ ਬੈਠੋ ਕੋਲੇ। ਕਹਿੰਦੇ ਜੀ ਉਸ ਵੇਲੇ ਈਸ਼ਰਨਾਥ ਨੇ ਨਾ ਹਿਰਨ ਦੀ ਖੱਲ ਵਿਛਾਈ ਤੇ ਉੱਤੇ ਬਹਿ ਗਿਆ, ਬਿਲਕੁਲ ਸਾਹਮਣੇ। ਹੁਣ ਜਿਵੇਂ ਸਿੱਧ ਬਹਿੰਦੇ ਚੌਂਕੜਾ ਲਾ ਕੇ ਸਿੱਧ ਆਸਣ ਪੜ੍ਹਦੇ ਹੋ ਨਾ ਆਪ, ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋ। ਸਿੱਧ ਆਸਣ ਉਹ ਕੀ ਹੈ? ਸਭ ਜਗਤ ਦੇ, ਮਤਲਬ ਇਸ ਜਗਤ ਵਿੱਚ ਸਿੱਧਾਂ ਨੇ ਆਪਣੇ ਆਸਣਾਂ ਨਾਲ ਦੁਨੀਆ ਨੂੰ ਇੰਨਾ ਕੁ ਗੁੰਮਰਾਹ ਕਰ ਲਿਆ ਸੀ। ਸੌਂਦੇ ਗੋਰਖ, ਜਾਗਦੇ ਗੋਰਖ, ਉੱਠਦੇ ਗੋਰਖ, ਹਰ ਵੇਲੇ ਲੋਕੀ ਗੋਰਖ ਗੋਰਖ ਜਪਦੇ ਸੀ। ਉਹ ਵੱਡੇ ਵੱਡੇ ਰਾਜੇ ਤੇ ਸਿੱਧ ਬਣਾ ਲਏ ਉਹਨਾਂ। ਹਿੰਦੁਸਤਾਨ ਦੇ ਪਿੱਛੇ ਹੈ ਕੀ ਸੀ? ਏਸ਼ੀਆ ਦੇ ਭਾਰਤ ਵਿੱਚ ਥਾਈਲੈਂਡ ਤੋਂ ਲੈ ਕੇ ਦੂਰ ਦੂਰ ਤੱਕ ਨਾ ਮੱਠ ਚੱਲਦੇ ਸੀ ਇਹਨਾਂ ਦੇ, ਸਿੱਧਾਂ ਦੇ। ਗੁਰੂ ਮੰਨਦੇ ਸੀ ਲੋਕ ਗੁਰੂ ਗੋਰਖ ਨੂੰ। ਇਹ ਗੁਰੂ ਨਾਨਕ ਸਾਹਿਬ ਨੇ ਇਹਨਾਂ ਦਾ ਪਖੰਡ ਜਾਂ ਤਾਣਾ ਬਾਣਾ ਉਲਝਾਇਆ, ਉਹਨੂੰ ਇੱਕ ਪਾਸੇ ਕੀਤਾ। ਉਹ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਹੋ ਤੁਸੀਂ? ਤੇ ਆ ਜੱਗ ਨੂੰ ਉਲਝਾਈ ਫਿਰਦੇ, ਰੱਬ ਦੀ ਬਣਾਈ ਕੁਦਰਤ ਦਾ ਖਿਲਵਾੜ ਕਰਦੇ ਫਿਰਦੇ। ਈਸ਼ਰਨਾਥ ਮਹਾਰਾਜ ਕੋਲ ਬੈਠਾ ਨਾ, ਜਦੋਂ ਮਹਾਰਾਜ ਨੇ ਕਿਹਾ ਨਿਰੰਕਾਰ ਨੂੰ ਆਦੇਸ਼ ਕਹਿਣਾ ਹੀ ਪੈਣਾ ਉੱਤੇ, ਕਿਉਂਕਿ ਨਿਰੰਕਾਰ ਤੇ ਸਾਂਝਾ ਸਾਰਿਆਂ ਦਾ। ਕਿਸੇ ਧਰਮ 'ਚ ਚਲੇ ਜਾਓ, ਰੱਬ ਸ਼ਬਦ ਇਸਲਾਮ ਦੇ ਵਿੱਚ ਵੀ ਹੈ, ਸਿੱਖ ਧਰਮ 'ਚ ਵੀ ਹੈ, ਹਿੰਦੂ ਧਰਮ 'ਚ ਵੀ ਹੈ, ਕ੍ਰਿਸਚਨ 'ਚ ਆ ਜਾਓ, ਕ੍ਰਿਸਚੈਨਿਟੀ 'ਚ ਉਹ ਵੀ ਕਹਿੰਦੇ ਗॉड ਇਜ਼ ਵਨ, ਰੱਬ। ਹੁਣ ਰੱਬ ਵੇਖਿਆ ਜਾਵੇ ਇਹਦੇ ਮੀਨਿੰਗ ਕੀ ਨੇ? ਭਗਤ ਫਰੀਦ ਨੂੰ ਪੜ੍ਹ ਲਓ, ਉਹਨਾਂ ਨੇ ਵੀ ਇਹ ਸ਼ਬਦ ਬੜੇ ਵਾਰ ਵਰਤੇ। ਇਸਲਾਮ ਦੇ ਵਿੱਚ ਬੇਸ਼ੱਕ ਅੱਲਾ ਦੀ ਗੱਲ ਆਉਂਦੀ ਹੈ, ਮੌਲਾ ਦੀ ਗੱਲ ਆਉਂਦੀ ਹੈ, ਪਰ ਉਹ ਵੀ ਕਹਿੰਦੇ ਆ ਰੱਬ ਇੱਕ ਹੈ। ਰੱਬ ਸ਼ਬਦ ਬਹੁਤ ਗਹਿਰਾ ਹੈ। ਜਿੱਥੇ ਰੱਬ ਤੁਸੀਂ ਕਹਿ ਦੋਗੇ ਨਾ, ਰੱਬ ਸ਼ਬਦ ਵਰਤ ਲਓ ਕਿਤੇ, ਸੱਚੀ ਹਰ ਹਿਰਦਾ ਨੀਵਾਂ ਹੋ ਜਾਂਦਾ ਹੈ, ਸਭ ਦੇ ਖਿਆਲ ਪਵਿੱਤਰ ਹੋ ਜਾਂਦੇ ਆ, ਨੇਕ ਹੋ ਜਾਂਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਰੱਬ ਨੂੰ ਨਮਸਕਾਰ, ਬੈਠੋ ਈਸ਼ਰਨਾਥ। ਉਹਦੇ ਹੈਰਾਨ ਹੀ ਹੋ ਗਿਆ ਵੀ ਮੇਰਾ ਨਾਮ ਇਹਨਾਂ ਨੂੰ ਦੱਸ ਕੀ ਨਹੀਂ ਦਿੱਤਾ। ਖੁਸਾ ਦਾ ਨਾਮ ਕਿ ਹੈ ਤੇ ਸਿਆਣਾ ਬਹੁਤ ਹੈ, ਵੀ ਤੇ ਅੰਤਰਜਾਮੀ ਨੇ, ਇਹ ਤੇ ਦਿਲ ਦੀਆਂ ਜਾਣਦੇ ਨੇ। ਹੁਣ ਦੇਸ ਛੋਰ ਆਏ, ਕਹਾਂ ਕੋ ਸਿਧਾਏ ਅਬ, ਕਹੋ ਤੁਮ ਕੌਣ, ਮੋਹਿ ਬੂਜਨ ਮੰਗ ਹੈ। ਸਾਹਿਬ ਜੀ ਕਹਿੰਦੇ ਫਰਮਾਓ, ਹੁਕਮ ਕਰੋ। ਕਹਿੰਦਾ ਜੀ ਦੱਸੋ ਤੁਹਾਡਾ ਦੇਸ਼ ਕਿਹੜਾ ਹੈ, ਕਿੱਥੋਂ ਆਏ ਹੋ ਤੁਸੀਂ, ਕੌਣ ਹੋ ਤੁਸੀਂ? ਹੁਣ ਜੇ ਸਮਾਜਿਕ ਤੌਰ ਤੇ ਵੇਖੀਏ, ਦੇਸ਼ ਪੰਜਾਬ ਇੱਕ ਦੇਸ਼ ਸੀ। ਇਲਾਕਾ ਰਾਏ ਭੋਏ ਦੀ ਤਲਵੰਡੀ। ਆਪ ਕੌਣ ਨੇ? ਜਗਤ ਗੁਰੂ ਨਾਨਕ, ਖੱਤਰੀਆਂ ਦੀ ਵੰਸ਼। ਇਹ ਥੋੜਾ ਪੁੱਛਿਆ ਉਹਨੇ, ਇਹੀ ਤੇ ਫਰਕ ਹੈ। ਉਹ ਇਹ ਪੁੱਛਦਾ ਤੁਸੀਂ ਕਿਸ ਦੇਸ਼ ਤੋਂ ਆਏ ਹੋ? ਦੇਸ਼ ਕਿਹੜਾ? ਕਿਹੜੀ ਦਰਗਾਹ ਤੋਂ ਆਏ ਹੋ? ਕਿਸ ਦਾ ਰੂਪ? ਕੌਣ ਹੋ ਤੁਸੀਂ ਜੋ ਸਮੇਰ ਦੀਆਂ ਚੋਟੀਆਂ ਤੇ ਆ ਕੇ ਸਿੱਧਾਂ ਨਾਲ ਚਰਚਾ ਕਰਦੇ ਹੋ? ਗੋਰਖ ਪੈ ਚੱਲੋ, ਉਪਦੇਸ਼ ਲੀਜੈ ਭਲੋ ਆਪ, ਸਭੈ ਮਤ ਵੇਖਤੇ ਸੋ ਜੋਗ ਹੀ ਅਤੰਗ ਹੈ। ਬੜੀ ਹਲੀਮੀ ਨਾਲ, ਬੜੇ ਪਿਆਰ ਨਾਲ ਹੱਥ ਜੋੜ ਕੇ ਕਹਿੰਦਾ
गोरख जी को चलो, उपदेश लैके देंगा तुहानू। देखो ये भी तो बंदे वाली गल है। पहले लै कन पाड़ देंगे तेरे, भस्म मलेगा तू, थले नहीं जान देंगे। कितने ने वो माण ते हंकार विच बोलण वालियां नू एक दिन पश्चाताप करना पैंदा है। बोलीए उन्हां तोल के जो सानू कंडे साडे बीजे चुगने ना पैण। देखो ये भी तो गल करदा ईश्वर दा, कहता जी जे तुसी गुरु गोरख कोले आ जाओ ना, मैं तुहाडी सिफारिश कर देंगा। वो तुहाडे ते बहुतियां कसवटियां नहीं लाउणगे, तुहानू सिद्ध बना लेणगे, बड़ा रुतबा बख्शणगे। देह पंच तत की है, पूछे कौन पंच विखै, सो तत देह में विचार के बखानीए। कहता जी फिर एक मेरा सवाल ये भी है भी आ शरीर है जिहड़ा पंजां तत्तां दा, इह च पंज तत्त ने, सारी दुनिया मनदी है, सारी साइंस मनदी है, हर एक विच हुंदे आ। कहंदा ये दसो भी किहड़ा किहड़ा तत्त मर जांदा है ते किहड़ा नहीं मरदा। ਆਪਾਂ ਇੰਨਾ ਹੀ ਵੇਖਿਆ ਬੰਦਾ ਮਰ ਗਿਆ, ਕਦੇ ਕਿਸੇ ਨੇ ਕਿਹਾ ਵੀ ਪਾਣੀ ਮਰ ਗਿਆ, ਅੱਗ ਮਰ ਗਈ, ਆਕਾਸ਼ ਮਰ ਗਿਆ, ਮਿੱਟੀ ਮਰ ਗਈ। ਨਹੀਂ, ਬੰਦਾ ਮਰਿਆ, ਡੈਡ ਬੋਡੀ। ਜਿਹੜਾ ਚੰਗਾ ਭਲਾ ਤੁਰਦਾ ਫਿਰਦਾ ਹੁੰਦਾ ਨਾ, ਉਹਨੂੰ ਮਰਨ ਤੋਂ 5 ਮਿੰਟਾਂ ਬਾਅਦ ਕੀ ਸ਼ਬਦ ਮਿਲਦਾ? ਸ਼ਬ, ਪਾਰਥਿਵ ਸਰੀਰ, ਡੈਡ ਬੋਡੀ, ਲਾਸ਼, ਮੁਰਦਾ। ਇਹ ਕੀ ਹੈ ਤੇ ਪੰਜ ਹੀ ਤੱਤ ਸੀ, ਉਹ ਤੇ ਅਜੇ ਵੀ ਵਿੱਚ ਨੇ। ਉਹ ਸਵਾਲ ਕਰਦਾ ਹੈ, ਕਹਿੰਦਾ ਜੀ ਪੰਜ ਤੱਤ ਕਰਕੇ ਸਰੀਰ ਬਣਿਆ, ਪੰਜ ਤੱਤ ਕਰ ਕਾਇਆ ਸਾਜੀ। ਸਰੀਰ ਬਣਿਆ ਹੋਇਆ ਹੈ, ਇਹਦੇ ਵਿੱਚੋਂ ਮਰਦਾ ਕੀ ਹੈ? ਜੇ ਤੂੰ ਪੁੱਛੇ ਆਤਮਾ ਕੋ, आत्म तो पूर्ण है, अंतर वहर दिश बदिश में जानिए। फिर सतगुਰਾਂ ਨੂੰ ਘੇਰਦਾ ਅੱਗੋਂ, ਕਹਿੰਦਾ ਤੁਸੀਂ ਇਹ ਕਹੋਗੇ ਵੀ ਮਨੁੱਖ ਆਤਮਾ ਦਾ ਰੂਪ ਹੈ। ਸਿੱਧ ਬੋਲਦਾ ਹੈ, ਕਹਿੰਦਾ ਜੀ ਮੈਂ ਦੱਸ ਦਿੰਦਾ ਆਤਮਾ ਪਰਿਪੂਰਨ ਹੈ, ਉਹ ਨਹੀਂ ਮਰਦੀ। ਉਹ ਇੰਨਾ ਚਲਾਕੀ ਨਾਲ ਬੋਲਦਾ ਮਿੱਠਾ ਮਿੱਠਾ ਵੀ ਜੇ ਬਾਬਾ ਨਾਨਕ ਆਖੂਗਾ ਵੀ ਮੈਂ ਆਤਮਾ ਹਾਂ, ਮੈਂ ਪਹਿਲਾਂ ਹੀ ਕਹਿ ਦਿਆਂਗਾ ਜੀ ਆਤਮਾ ਤੇ ਪਰਿਪੂਰਨ ਹੈ। ਉਹ ਕੌਣ ਹੈ ਜੋ ਨਹੀਂ ਮਰਦਾ? ਕਹਿੰਦਾ ਜੀ ਉਹ ਤੇ ਹਰ ਥਾਂ ਤੇ ਆਤਮਾ, ਹਰ ਥਾਂ ਤੇ ਆਤਮਾ ਪਰਮਾਤਮਾ ਦੀ ਅੰਸ਼ ਹੈ। ਬਹੁਤ ਡੀਪ ਗੱਲਾਂ ਨੇ, ਪਰ ਆਪਾਂ ਇੰਨਾ ਔਖਾ ਚੈਪਟਰ ਨਹੀਂ ਰੱਖਣਾ, ਬਹੁਤ ਈਜ਼ੀ ਸਮਝ ਜਾਵੇ, ਸੌਖਾ ਲੱਗੇ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਵੀ ਪੰਜ ਤੱਤ ਕਿਹੜੇ ਮਰਦੇ ਆ? ਮਰਦੇ ਵੀ ਆ ਜਾਂ ਨਹੀਂ ਮਰਦੇ? ਆਤਮਾ ਦੀ ਗੱਲ ਨਾ ਕਰਿਓ, ਉਹ ਮਰਨ ਚ ਹੈ ਹੀ ਨਹੀਂ, ਉਹ ਅਮਰ ਹੈ, ਅਵਨਾਸ਼ੀ ਹੈ। ਕਿਉਂਕਿ ਰੱਬ ਨੂੰ ਆਪਾਂ ਅਵਨਾਸ਼ੀ ਕਹਿੰਦੇ ਆ। ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਨ ਖੋਈ, ਉਹਦੇ ਨਾਸ਼ ਤੋਂ ਰਹਿਤ ਹੈ। ਮਰਦੀ ਤੇ ਆਤਮਾ ਵੀ ਕਿਸੇ ਦੀ ਨਹੀਂ। ਭਾਈ ਬਾਲਾ ਜੀ ਕਹਿੰਦੇ ਮੈਂ ਹੈਰਾਨ ਵੀ ਇੰਨੇ ਸਿੱਧਾਂ ਚੋਂ ਆਹ ਬੜਾ ਚਲਾਕ ਨਿਕਲਿਆ। ਇਹ ਸਾਨੂੰ ਹਰ ਪਾਸੇ ਤੋਂ ਘੇਰਨ ਦਾ ਯਤਨ ਕਰਦਾ ਏ। ਆਵਣ ਹੋ ਜਾਨੋ ਤੋ ਬਨ ਤੋ ਨ ਹੋਤ ਕਾਹੂ, ਜਹਾਂ ਤਹਾਂ ਏਕ ਹੀ ਬਵੇਕ ਤੇ ਪਛਾਣੀਏ। ਕਹਿੰਦੇ ਜੀ ਆਉਣਾ ਜਾਣਾ ਕੀ ਹੈ? ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਭਾਈ ਇੱਕ ਵਿਵੇਕ ਹੀ ਸਭ ਕੁਝ ਕਰਦਾ। ਵਿਵੇਕ ਗਿਆਨ, ਜੇ ਤੁਹਾਡੇ ਕੋਲ ਗਿਆਨ ਆ ਨਾ, ਅੰਤਰੀਵ ਗਿਆਨ, ਬਾਹਰ ਦਾ ਥੋੜੀ। ਬਾਹਰ ਦਾ ਗਿਆਨ ਤੇ ਲੋਕਾਂ ਕੋਲ ਪੰਡਾਂ ਬੰਨੀਆਂ ਪਈਆਂ ਜੀ, ਲੋਕ ਲੜਦੇ ਫਿਰਦੇ ਆ, ਟੱਕਰਾਂ ਮਾਰਦੇ ਵੀ, ਯਾਰ ਮੈਨੂੰ ਕਿਉਂ ਨਹੀਂ ਸੁਣਦਾ? ਮੈਨੂੰ ਸੁਣਿਆ ਕਰ, ਮੈਨੂੰ ਸਮਝਿਆ ਕਰ, ਮੈਨੂੰ ਫੋਲੋ ਕਰਿਆ ਕਰ। ਫਿਰ ਨਹੀਂ, ਇਹ ਆਤਮਿਕ ਗਿਆਨ ਹੈ। ਗੁਰੂ ਸਾਹਿਬ ਨੂੰ ਕਹਿੰਦਾ ਮੈਨੂੰ ਦੱਸੋ ਤੇ ਸਹੀ, ਆਤਮਾ ਤੇ ਅਮਰ ਹੈ, ਪੰਜ ਤੱਤਾਂ ਤੋਂ ਸਰੀਰ ਬਣਿਆ ਹੈ, ਇਹਨਾਂ ਚੋਂ ਮਰਿਆ ਕੀ ਹੈ? ਜਾਂ ਤੇ ਤਬ ਬੂਝਨੋ ਅਕਰਥ ਹੀ ਚੀਨ ਮਨ, ਗੋਰਖ ਤੇ ਸੀਖ ਪੁੰਨ ਪ੍ਰਿਸ਼ਮ ਕੋ ਥਾਨੀਏ। ਐਡੇ ਬਚਨ ਕਹਿ ਕੇ ਉੱਠ ਪਿਆ। ਕਹਿੰਦਾ ਜੀ ਜੇ ਤੇ ਜਵਾਬ ਦੇ ਦੋਗੇ ਫਿਰ ਤੇ ਬਹਿਣ ਦਾ ਫਾਇਦਾ, ਜੇ ਤੁਹਾਨੂੰ ਆਉਣਾ ਹੀ ਕੁਛ ਨਹੀਂ, ਤੁਹਾਡੇ ਨਾਲ ਮੱਥਾ ਮਾਰਨ ਦਾ ਕੀ ਫਾਇਦਾ? ਫਿਰ ਤੁਸੀਂ ਗੋਰਖ ਕੋਲ ਆ ਜਿਓ, ਤੁਹਾਨੂੰ ਉਹੀਓ ਦੱਸਣਗੇ ਮੌਤ ਕਿਵੇਂ ਵਸ ਕਰੀਦੀ। ਆਖੋ ਸਤਿਨਾਮ। ਇਹ ਕੀ ਹੈ? ਕਦੇ ਨੋਟ ਕਰਿਓ। ਭਾਈ ਤਾਂ ਨਹੀਂ ਖਾਸ ਕਰਕੇ ਕਰਦੇ, ਭੈਣਾਂ ਕਰਦੀਆਂ। ਦੁਕਾਨ ਤੇ ਜਾ ਕੇ ਨੇ ਨਾ ਆਪਣਾ ਰੇਟ ਦੱਸ ਦੇਣਾ, ਭਾਈ ਆ ਦੁਪੱਟਾ, ਉਹ ਕਹਿੰਦਾ 200 ਦਾ ਹੈ, ਮੈਂ ਤਾਂ 70 ਦੇ ਲਈ ਆ। ਇੰਨਾ ਕਹਿ ਕੇ ਉੱਠ ਪੈਣਾ। ਉਹਨੂੰ ਪਤਾ ਹੈ ਵੀ ਇਹਦੀ ਬਾਹੁਣੀ ਨਹੀਂ ਹੋਈ, ਇਹਨੇ ਆਵਾਜ਼ ਮਾਰ ਕੇ ਕਹਿਣਾ ਚੰਗਾ ਭੈਣੇ ਮੇਰੀ 80 ਦੇ ਜੀ ਲੈ ਜਾ, ਵੀ ਆਪਾਂ ਬਣਾ ਲਾਂਗੇ।
ਦੇਣਾ ਹੋਏਗਾ ਦੁਪੱਟਾ ਮਰਜ਼ੀ ਆ, ਨਹੀਂ ਤੇ ਨਾ ਸਹੀ, ਹੋਰ ਦੁਕਾਨਾਂ ਬੜੀਆਂ। ਇਹ ਚਲਾਕੀ ਵਰਤੀ ਉਹਨੇ ਈਸ਼ਰਨਾਥ ਨੇ ਵੀ ਜੇ ਜਵਾਬ ਹੋਊਗਾ ਤੇ ਬਿਠਾ ਲੈਣਗੇ, ਨਹੀਂ ਮੈਂ ਕਹਿਣਾ ਚੱਲ ਫਿਰ ਗੋਰਖਨਾਥ ਕੋਲੇ। ਹਾਰ ਗਏ ਨਾ। ਮਰਦ ਕਹਿੰਦੇ ਚੱਲਿਆ ਕਿੱਥੇ ਹੈ? ਕਹਿੰਦਾ ਜੀ ਸਿੱਧ ਮੰਡਲੀ। ਗੁਰੂ ਬਾਬਾ ਜੀ ਕਹਿੰਦੇ ਬਹਿ ਜਾ, ਆ ਜਾ ਬਹਿ ਜਾ। ਮਤਲਬ ਸਾਡੀ ਦੁਕਾਨ ਤੇ ਸੌਦਾ ਤੇਰੇ ਲਈ ਹੈ, ਤੂੰ ਖਾਲੀ ਜਾਵੀ ਨਾ। ਸਵਈਆ ਸੁਣ ਈਸ਼ਰਨਾਥ ਲਜਾਏ ਰਹੋ, ਗਿਰ ਮੇਰ ਗਇਓ ਨਹਿ ਬਾਨੀ ਆਲਾਈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਤਮਾ ਤੇ ਪਰਿਪੂਰਨ ਹੈ ਭਾਈ, ਪੰਜ ਤੱਤ ਇਕੱਠੇ ਹੋਏ ਨੇ, ਮਰਿਆ ਕੋਈ ਨਹੀਂ। ਨਾ ਅੱਗ, ਨਾ ਪਾਣੀ, ਹਵਾ, ਆਕਾਸ਼, ਮਿੱਟੀ, ਮਰਿਆ ਕੋਈ। ਬਾਣੀ ਸਪਸ਼ਟ ਲਿਖਦੀ ਹੈ, ਕੌਣ ਹੁਆ ਰੇ ਕੌਣ ਹੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਓ ਚਲਤ ਪਿਆ। ਇਹਦਾ ਅਰਥ ਕੀ ਹੈ? ਅਸੀਂ ਪਤਾ ਕੀ ਅਰਥ ਕਰੀ ਜਾਂਦੇ ਆ? ਉਹ ਬਾਣੀ ਪੁੱਛਦੀ ਕੌਣ ਮਰ ਗਿਆ, ਕੌਣ ਮਰ ਗਿਆ? ਬਿਲੇ ਸਾਧੂ ਤੇ ਅਮਰ ਹੁੰਦੇ ਆ। ਅਸੀਂ ਇਸ ਪਾਸੇ ਤੁਰੇ ਫਿਰਦੇ, ਲੋਕਾਂ ਨੂੰ ਲਾਈ ਫਿਰਦੇ। ਨਹੀਂ, ਇਹਦਾ ਅਰਥ ਮਰਦ ਪਤਾ ਕੀ ਕਰਦੇ? ਕਦੇ ਪੜਿਓ ਟੀਕੇ। ਮਰਦ ਪੁੱਛਦੇ ਆ ਪੰਜਾਂ ਤੱਤਾਂ ਤੋਂ ਸਰੀਰ ਬਣਿਆ, ਦੱਸੋ ਮਰਿਆ ਕਿਹੜਾ? ਪਵਨ ਹੈ ਮੈਂ, ਪਵਨ ਸਮਾਇਆ। ਜਵਾਬ ਦੇ ਰਹੇ ਆ, ਜੋਤੀ ਮੈਂ, ਜੋਤ ਰਾਜਾਇਆ। ਮਾਟੀ ਮਾਟੀ ਹੋਈ ਏਕ, ਰੋਣ ਹਾਰੇ ਕੀ ਕਵਨ ਟੇਕ। ਜਵਾਬ ਬਾਅਦ ਵਿੱਚੋਂ, ਪਹਿਲੇ ਅੱਖਰਾਂ 'ਚ ਲਿਖਿਆ, ਸਵਾਲ ਬਾਅਦ 'ਚ। ਕਹਿੰਦੇ ਮਿੱਟੀ 'ਚ ਮਿੱਟੀ ਮਿਲ ਗਈ, ਪਾਣੀ 'ਚ ਪਾਣੀ ਮਿਲ ਗਿਆ, ਅੱਗ 'ਚ ਅੱਗ ਮਿਲ ਗਈ, ਆਕਾਸ਼ 'ਚ ਆਕਾਸ਼ ਮਿਲ ਗਿਆ। ਕੌਣ ਮਰਿਆ? ਕੋਈ ਵੀ ਨਹੀਂ। ਸਵਾਲ ਕੀਤਾ ਵੀ ਪੰਜੇ ਤੱਤਾਂ 'ਚੋਂ ਕੋਈ ਤੱਤ ਮਰਿਆ ਨਹੀਂ। ਇਹ ਤੋਂ ਚਲਤ ਭਇਆ, ਚਲਤ ਨਾਮ ਹੈ ਚੋਜ ਦਾ, ਚਲਤ ਨਾਮ ਹੈ ਖੇਡ ਦਾ। ਕਹਿੰਦੇ ਇਹ ਤੇ ਰੱਬ ਦੀ ਖੇਡ ਹੈ। ਆਤਮਾ ਨਿਕਲੀ, ਪੰਜ ਤੱਤ ਆਪਣੀ ਸੈਂਸਿਟੀਵਿਟੀ ਛੱਡ ਗਏ। ਆਖੋ ਸਤਿਨਾਮ। ਸਰੀਰ ਮਿੱਟੀ ਹੋ ਗਿਆ, ਭਾਰਾ ਹੋ ਗਿਆ। ਹੁਣ ਆਤਮਾ ਦਾ ਭਾਰ ਕਿੰਨਾ ਕੁ ਹੈ? ਅੱਜ ਦੇ ਵਿਗਿਆਨੀ ਚਲੋ ਕੋਸ਼ਿਸ਼ ਤੇ ਕਰਦੇ ਆ ਵਿਚਾਰੇ। ਉਹਨਾਂ ਜਦੋਂ ਤੋਲਿਆ ਨਾ, ਜਿਉਂਦਾ ਬੰਦਾ ਤੇ ਮਰਿਆ ਬੰਦਾ ਕੁਛ ਪਲ ਦੀ ਦੇਰੀ ਹੈ, ਕੁਛ ਸੈਕਿੰਡ ਦਾ ਫਰਕ ਹੈ ਆਤਮਾ ਹੁੰਦਿਆਂ ਤੇ ਜਾਨ ਨਿਕਲਣ ਤੋਂ ਬਾਅਦ। ਕਹਿੰਦੇ ਇਸ ਰੂਹ ਦਾ ਭਾਰ ਨਾ ਸਿਰਫ 2 ਗ੍ਰਾਮ ਹੈ। ਗ੍ਰਾਮ ਕਿੰਨਾ ਹੁੰਦਾ ਤੁਹਾਨੂੰ ਪਤਾ ਹੀ ਹੈ, ਵੀ ਸਿਰਫ ਇੰਨਾ ਹੀ ਹੈ, ਫੁੱਲ ਜਿੰਨਾ ਭਾਰ ਹੈ। ਪਰ ਕਹਿੰਦੇ ਜਦ ਇਹ ਫੁੱਲ ਨਿਕਲ ਜਾਂਦਾ ਹੈ, ਭੌਰ ਨਿਕਲ ਜਾਂਦਾ ਹੈ, ਭੌਰੇ ਦਾ ਭਾਰ ਕਿੰਨਾ ਹੁੰਦਾ ਜੀ? ਤੋਲਿਆ ਹੋਣਾ ਕਦੇ? ਫੁੱਲ ਜਿੰਨਾ ਹੀ ਹੈ। ਕਈ ਵਾਰ ਫੁੱਲ ਵੀ ਭਾਰਾ ਹੁੰਦਾ ਭੌਰੇ ਨਾਲੋਂ। ਇਸੇ ਕਰਕੇ ਆਤਮਾ ਨੂੰ ਭੌਰ ਕਿਹਾ ਜਾਂਦਾ ਹੈ। ਕਹਿੰਦੇ ਜਦੋਂ ਇਹ ਭੌਰ ਉਡਾਰੀ ਮਾਰਦਾ, ਇਹ ਹੰਸ ਨਿਕਲ ਜਾਂਦਾ ਏ, ਉਹ ਮਿੱਟੀ ਦਾ ਸਰੀਰ ਪੰਜੇ ਤੱਤਾਂ ਦੀ ਸੈਂਸਿਟੀਵਿਟੀ ਕੱਢ ਕੇ ਲੈ ਜਾਂਦਾ ਨਾ, ਜਦੋਂ ਸਰੀਰ ਦੇ ਵਿੱਚੋਂ ਰੂਹ ਲੈ ਜਾਂਦੀ ਹੈ। ਕਹਿੰਦੇ ਉਹ ਸਾਰਾ ਕੁਝ ਇੰਨਾ ਭਾਰਾ ਹੋ ਜਾਂਦਾ ਹੈ, ਜਿਉਂਦਾ ਬੰਦਾ 50 ਕਿਲੋ ਦਾ ਹੁੰਦਾ, ਮਰਿਆ 100 ਕਿਲੋ ਦੀ ਬੋਰੀ ਵਰਗਾ, ਕੁਇੰਟਲ ਵਰਗਾ ਚੱਕਿਆ ਨਹੀਂ ਜਾਂਦਾ ਚਾਰਾਂ। ਜਿਉਂਦੇ ਨੂੰ ਇਕੱਲੇ ਚੁੱਕੀ ਫਿਰਦਾ ਸੀ, ਕਦੇ ਕਿਸੇ ਨੇ ਗੋਦੀ ਚੁੱਕ ਲਿਆ, ਕਦੇ ਕਿਸੇ। ਮਰੇ ਨੂੰ 4 ਵੀ ਮੋਢੇ ਬਦਲਦੇ ਫਿਰਦੇ। ਕਹਿੰਦੇ ਯਾਰ ਭਾਰਾ ਹੀ ਬੜਾ ਇਹ ਤੇ। ਕਿਉਂ? ਕਿਉਂਕਿ ਪੰਜ ਤੱਤਾਂ ਨੇ ਰੱਬ ਦੀ ਆਗਿਆ 'ਚ ਰਹਿ ਕੇ ਆਪਣੇ ਆਪਣੇ ਖਿਆਲ ਛੱਡ ਦਿੱਤੇ। ਅੱਗ 'ਚ ਅੱਗ, ਪਾਣੀ 'ਚ ਪਾਣੀ, ਹਵਾ 'ਚ ਹਵਾ, ਆਕਾਸ਼ 'ਚ ਆਕਾਸ਼ ਮਿਲ ਗਏ। ਗੁਰੂ ਸਾਹਿਬ ਕਹਿੰਦੇ ਬਈ ਮਰਿਆ ਤੇ ਕੋਈ ਨਹੀਂ। ਕੌਣ ਮਰਿਆ? ਆਤਮਾ ਅਮਰ ਹੈ, ਮਨ ਅਮਰ ਹੈ। ਕਾਰਨ ਸਰੀਰ, ਸੂਖਮ ਸਰੀਰ ਅਮਰ ਨੇ, ਸਥੂਲ ਸਰੀਰ ਸਿਰਫ ਬਿਖਰਿਆ ਏ, ਮਰਿਆ ਇਹ ਵੀ ਨਹੀਂ। ਹੁਣ ਜਿਹਨੂੰ ਇਹ ਗਿਆਨ ਹੋ ਗਿਆ, ਸਮਝ ਹੋ ਗਈ, ਉਹ ਮਰਦਾ ਨਹੀਂ ਹੈ, ਉਹ ਰੋਂਦਾ ਨਹੀਂ, ਉਹ ਤੜਫਦਾ ਨਹੀਂ। ਕਹਿੰਦੇ ਯਾਰ ਮਰਨਾ ਤੇ ਹੈ ਹੀ ਨਹੀਂ, ਆਪਾਂ ਤੇ ਸਦਾ ਅਟਲ ਆ ਦੁਨੀਆ ਤੇ। ਜਿੰਨੇ ਆਪਾਂ ਤੁਰੇ ਫਿਰਦੇ ਸਾਨੂੰ ਲੱਗਦਾ ਸਰੀਰ ਕਰਕੇ ਮਰ ਜਾਾਂਗੇ, ਪਰ ਨਹੀਂ। ਜਿਸ ਦਿਨ ਤੋਂ ਸ੍ਰਿਸ਼ਟੀ ਰੱਬ ਨੇ ਸਾਜੀ ਹੈ, ਆਪਾਂ ਵੀ ਉਸੇ ਦਿਨ ਤੋਂ ਹੀ ਮਰਦੇ ਹਾਂ। ਉਹ ਅਲੱਗ ਗੱਲ ਹੈ, ਮਾਇਆ ਦੇ ਭੇਦ ਕਰਕੇ ਜੂਨਾਂ 'ਚ ਸਰੀਰਾਂ 'ਚ ਭਟਕਦੇ ਫਿਰੀ ਜਾਂਦੇ ਕਰਮਾਂ ਕਰਕੇ। ਪਰ ਹਾਂ ਅਸੀਂ ਉਦੋਂ ਤੋਂ ਹੀ ਹਾਂ, ਆਦਿ ਕਾਲ ਤੋਂ। ਇਹ ਅਲੱਗ ਗੱਲ, ਆਪਾਂ ਆਪਣੇ ਜਨਮ ਦਿਨ ਮਨਾਈ ਜਾਂਦੇ ਹਾਂ, ਕੋਈ ਕਿਸੇ ਤਰੀਕ ਨੂੰ, ਕੋਈ ਕਿਸੇ ਤਰੀਕ ਨੂੰ, ਸਰੀਰਾਂ ਕਰਕੇ। ਪਰ ਸਾਡੀ ਜਿਹੜੀ ਆਤਮਾ ਹੈ, ਜੋ ਸਾਡਾ ਸੈਲਫ ਸਰੂਪ ਹੈ ਨਾ, ਉਹ ਪਰਮਾਤਮਾ ਹੀ ਹੈ, ਨਿਰੰਕਾਰ ਹੈ। ਮਰਦ ਕਹਿੰਦੇ ਆਉਂਦਾ ਕੋਈ ਨਹੀਂ, ਜਾਂਦਾ ਕੋਈ ਨਹੀਂ। ਆਤਮਾ ਕਿੱਥੋਂ ਆਈ ਹੈ ਜੀ? ਕਹਿੰਦੇ ਆਤਮਾ ਨਿਕਲ ਕੇ ਚਲੀ ਗਈ, ਗਈ ਕਿੱਥੇ ਆ? ਉਹ ਅਲੱਗ-ਅਲੱਗ ਸੰਦਰਭ ਨੇ। ਫਿਰ ਬਾਣੀ ਇਹ ਵੀ ਲਿਖਦੀ, ਨਿਰੰਕਾਰ ਕੈ ਦੇਸ਼ ਜਾਹੇ। ਇੱਕ ਪਾਸੇ ਤੇ ਮਰਦ ਕਹਿੰਦੇ ਰੱਬ ਦੇ ਦੇਸ਼ ਚਲੇ ਗਈ, ਦੂਜੇ ਪਾਸੇ ਕਹਿੰਦੇ ਆਤਮਾ ਪਰਮਾਤਮਾ ਏਕੋ ਕਰੇ, ਉਹਦੇ ਸਾਰਿਆਂ 'ਚ ਹੈ। ਹੁਣ ਮੇਰੇ ਵਰਗਾ ਨਾੜੀ ਬੰਦਾ ਜਿਹਨੇ 2 ਅਰਥ ਪੜ੍ਹੇ ਹੋਣਗੇ, 2 ਟੀਕੇ ਪੜ੍ਹੇ ਹੋਣਗੇ, ਕਥਾਵਾਚਕ ਘਰੇ ਬਣ ਗਿਆ, ਉਹ ਦੁਬਦਾ 'ਚ ਕਹਿੰਦਾ ਯਾਰ ਮੈਨੂੰ ਤੇ ਹੀ ਸਮਝ ਨਹੀਂ ਆਉਂਦੀ ਵੀ ਮਹਾਰਾਜ ਕਹਿੰਦੇ ਕੀ।
ਇੱਥੇ ਆਹ ਕਹਿੰਦੇ, ਉੱਥੇ ਉਹ ਕਹਿੰਦੇ। ਇੱਕ ਪਾਸੇ ਸਤਿਗੁਰ ਕਹਿੰਦੇ ਹੁਣ ਸੌਖਾ ਸਵਾਲ ਹੈ। ਬਾਣੀ ਕਹਿੰਦੀ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਦਾ ਵਿਸ਼ਵਾਸ। ਦੂਜੇ ਪਾਸੇ ਕੀ ਕਹਿੰਦੇ ਆ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਜੈਸੇ ਸੁਪਨਾ ਰਹਿਣ ਕਾ ਤੈਸਾ ਇਹੋ ਸੰਸਾਰ। ਤੀਜਾ ਪ੍ਰਮਾਣ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਦੇਖਦਾ ਸਾਰਾ ਝੂਠਾ ਸਾਰਾ ਕੂੜ ਹੈ। ਤੇ ਇੱਕ ਪਾਸੇ ਬਾਬਾ ਜੀ ਕਹਿੰਦੇ ਭਾਈ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਸ਼ਵਾਸ। ਰੱਬ ਇਸ ਦੁਨੀਆ 'ਚ ਵਸਦਾ ਹੈ, ਕਾਦਰ ਇਸ ਕੁਦਰਤ ਵਿੱਚ ਵਸਦਾ ਏ। ਫਿਰ ਉਹਨੂੰ ਅਗਲੇ ਸ਼ਬਦਾਂ 'ਚ ਵੀ ਕਹਿੰਦੇ ਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇੱਕ ਪਾਸੇ ਕਹਿੰਦੇ ਦੁਨੀਆ ਝੂਠੀ ਹੈ, ਸੰਸਾਰ ਝੂਠਾ ਹੈ, ਕੁਛ ਨਹੀਂ। ਦੱਸੋ ਕੀ ਕਰੋਗੇ? ਮਰਦ ਨੇ ਬਾਣੀ ਅਵਸਥਾ ਅਵਸਥਾ ਦੇ ਪਰਥਾਏ ਉਚਾਰੀ ਹੋਈ ਹੈ। ਇਹ ਨਹੀਂ ਮੈਨੂੰ ਇੱਕ ਟੀਕਾ ਪੜ੍ਹਨ ਆ ਗਿਆ, ਚਾਰ ਅਰਥ ਕਰਨੇ ਆ ਗਏ ਤੇ ਮੈਨੂੰ ਸਾਰਾ ਕੁਝ ਆ ਗਿਆ। ਬਹੁਤ ਭੇਦ ਨੇ ਬਾਣੀ, ਸਾਰੀ ਜ਼ਿੰਦਗੀ ਕਥਾ ਕਰੀ ਚਲੋ ਇੱਕ ਸ਼ਬਦ ਦੀ, ਹਰ ਵਾਰ ਨਵਾਂ, ਹਰ ਵਾਰ ਨਵਾਂ, ਹਰ ਵਾਰ ਨਵਾਂ, ਪੁਰਾਣਾ ਕੁਛ ਨਹੀਂ ਹੈ। ਗੁਰੂ ਨਾਨਕ ਸਾਹਿਬ ਆਖਣ ਲੱਗੇ ਭਾਈ ਅਕਾਲ ਪੁਰਖ ਪਰਮਾਤਮਾ ਇੱਕ ਸਰੂਪ ਹੈ, ਉਹ ਸਾਰਿਆਂ ਦੀ ਵਸਿਆ ਹੋਇਆ ਹੈ। ਤੂੰ ਇਹ ਸਹੀ ਆਖਿਆ ਸਿੱਧਾ, ਪਰ ਤਤ ਨਹੀਂ ਮਰਦੇ, ਤਤ ਸੁਭਾਅ ਛੱਡਦੇ ਆ। ਕਈ ਵਾਰ ਆਪਾਂ ਆਪਣਾ ਸੁਭਾਅ ਛੱਡ ਦਿੰਦੇ ਆ ਜੀ। ਬੜੇ ਲੋਕ ਨੇ ਪਹਿਲਾਂ ਕੁਝ ਹੋਰ ਸੀ, ਰੂੜ ਬੋਲਦੇ ਸੀ, ਹੁਣ ਮਿੱਠਾ ਹੀ ਬੜਾ ਬੋਲਦੇ ਆ, ਪਰ ਅੰਦਰ ਕਪਟ ਵੀ ਕੋਈ ਨਹੀਂ। ਸੁਭਾਅ ਕਿਹਦੇ ਹੁਕਮ 'ਚ? ਆਤਮਾ ਦੇ ਹੁਕਮ 'ਚ, ਰੂਹ ਦੇ ਹੁਕਮ 'ਚ। ਸਾਹਿਬ ਕਹਿੰਦੇ ਕੋਈ ਨਹੀਂ ਮਰਦਾ ਇੱਥੇ, ਮਰਨ ਜੰਮਣ ਦਾ ਕੋਈ ਭਾਉ ਨਹੀਂ। ਤੇ ਸਿੱਧ ਨੇ ਵੇਖਿਆ, ਕਹਿੰਦਾ ਬਾਬਾ ਤੇਰੀ ਤੇ ਕਮਾਈ ਬਹੁਤ ਵੱਡੀ ਹੈ। ਮੈਂ ਐਡਾ ਵੱਡਾ ਉਲਝੇਵਾ ਪਾਇਆ, ਮੈਂ ਕਿਹਾ ਮਰਿਆ ਕੌਣ ਹੈ? ਦੂਜੀ ਗੱਲ ਇਹ ਵੀ ਕਹਿਤੀ ਵੀ ਕਿਤੇ ਇਹ ਨਾ ਕਹਿਣ ਵੀ ਆਤਮਾ ਕਰਕੇ ਮਰ ਗਿਆ। ਮੈਂ ਕਿਹਾ ਆਤਮਾ ਪਰਿਪੂਰਨ ਹੈ ਤੇ ਮਰਦੀ ਨਹੀਂ ਕਦੇ। ਗੁਰੂ ਸਾਹਿਬ ਨੇ ਬੜੇ ਸੌਖੇ ਤਰੀਕੇ ਨਾਲ ਜਦੋਂ ਜਵਾਬ ਦਿੱਤਾ ਨਾ, ਈਸ਼ਰਨਾਥ ਸ਼ਰਮਿੰਦਾ ਹੋ ਗਿਆ। ਮੈਂ ਇਹਨਾਂ ਅੱਗੇ ਸੂਰਜ ਅੱਗੇ ਦੀਵਾ ਜਗਾਉਂਦਾ ਫਿਰਦਾ, ਮੇਰੀ ਆਪਣੀ ਔਕਾਤ ਕੋਈ ਨਹੀਂ। ਭਰਪੂਰਨ ਆਤਮ ਗਿਆਨ ਵਿਖੇ, ਚਰਚਾ ਕਰਕੇ ਨਹਿ ਜਿਤਿਓ ਸੋ ਜਾਏ। ਗੋਰਖਨਾਥ ਨੂੰ ਬੜੀਆਂ ਆਸਾਂ ਸੀ ਇਹਦੇ ਤੋਂ, ਵੀ ਈਸ਼ਰਨਾਥ ਕੁਝ ਕਰਕੇ ਆਉ। ਪੁੱਛਦਾ ਹੈ, ਕਹਿੰਦਾ ਖਬਰਸਾਰ, ਕਹਿੰਦਾ ਨਾ ਜੀ, ਉਹ ਤੇ ਆਤਮਾ ਪਰਮਾਤਮਾ ਇੱਕ ਸਰੂਪ ਹਨ। ਆਤਮਿਕ ਗਿਆਨ ਉਹਨਾਂ ਕੋਲੇ ਹੈ। ਮੈਨੂੰ ਝੱਟ ਹਰਾਤਾ, ਉਹਨਾਂ ਨੂੰ ਹਰਾਉਣ ਵਾਲਾ ਮੈਨੂੰ ਲੱਗਦਾ ਗੁਰੂ ਜੀ ਕੋਈ ਜੰਮਿਆ ਹੀ ਨਹੀਂ। ਆਖੋ ਸਤਿਨਾਮ। ਗੁਰੂ ਕਹਿੰਦਾ ਬਹਿ ਜਾਓ ਇੱਕ ਪਾਸੇ। ਇਹ ਜੋ ਗੁਰੂ ਦੀ ਬੇਇੱਜ਼ਤੀ ਹੈ ਨਾ, ਫਿਰ ਜੇ ਗੁਰੂ ਦੇ ਸਾਹਮਣੇ ਕਹਿੰਦਾ ਵੀ ਉਹਨਾਂ ਨੂੰ ਹਰਾਉਣ ਵਾਲਾ ਜੰਮਿਆ ਹੀ ਕੋਈ, ਤੇ ਆਪਣੇ ਦਿਲ ਦੀ ਗੱਲ ਕਰਦਾ ਹੈ। ਕਹਿੰਦਾ ਜੀ ਉਹਨਾਂ ਨੂੰ ਇੱਕ ਕਿਣਕਾ ਵੀ ਜਾਣਨਾ 7-7 ਜਨਮਾਂ ਦੀ ਕਮਾਈ ਲੱਗਦੀ ਹੈ। ਉਹ ਐਡੇ ਗਹਿਰੇ ਨੇ, ਐਨੇ ਡੂੰਘੇ ਹਨ। ਮਨ ਲੰਗਰ ਰੋਸ ਕੀਓ ਸੁਣ ਕੇ, ਕਹਿ ਗੋਰਖ ਜੀ ਮੁਝ ਦੇਹੁ ਰਜਾਈ। ਜਿਸ ਵੇਲੇ ਇਹ ਗੱਲ ਹੋਈ ਨਾ, ਕਹਿ ਦਿੱਤਾ ਵੀ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਇੱਕ ਸਿੱਧ ਬੈਠਾ ਜਿਹਦਾ ਨਾਂ ਹੈ ਲੰਗਰਨਾਥ, ਸ਼ਗਨ ਵਾਲਾ ਨਹੀਂ, ਬਹੁਤ ਛੇਤੀ ਧਿਆਨ ਜਾਂਦਾ ਉਧਰ। ਲੰਗਰਨਾਥ ਸਿੱਧ ਦਾ ਨਾਮ। ਕਹਿੰਦਾ ਗੁਰੂ ਜੀ ਕੀ ਗੱਲ ਕਰਤੀ ਇਹਨਾਂ ਨੇ? ਈਸ਼ਰਨਾਥ ਲੱਗਦਾ ਹੈ ਬਾਬੇ ਨਾਨਕ ਦੀਆਂ ਗੱਲਾਂ ਜਾ ਗਿਆ। ਉਹਨੂੰ ਕੀ ਲੱਗਦਾ ਹੈ? ਹੰਕਾਰੀ ਬੰਦੇ ਨੂੰ ਲੱਗਦਾ ਇਹ ਵੀ ਵਿਕਾਊ ਹੋਣਾ, ਇਹ ਵੀ ਵਿਕਾਊ ਹੋਣਾ। ਅੱਜ ਕੱਲ੍ਹ ਸਾਡੇ ਆ ਚੱਲਦਾ ਨਾ ਸਿਸਟਮ ਤੇ, ਸੋਸ਼ਲ ਮੀਡੀਆ ਤੇ, ਅਸੀਂ ਇੰਨੇ ਸਿਆਣੇ ਹੋ ਗਏ ਜੀ, ਹਰ ਬੰਦੇ ਨੂੰ ਸਰਟੀਫਿਕੇਟ ਦੇਣ ਲੱਗੇ, ਟਾਈਮ ਨਹੀਂ ਲਾਉਂਦੇ। ਆ ਵੀ ਗਦਾਰ, ਆ ਠੱਗ, ਆ ਮਸੰਦ, ਆ ਚੋਰ। ਵੀ ਭਾਈ ਸਾਹਿਬ ਕਦੇ ਆਪਣੇ ਆਪ ਬਾਰੇ ਸੋਚਿਆ ਵੀ ਆਪਾਂ ਕੀ ਨਹੀਂ? ਲੋਕਾਂ ਨੂੰ ਮਾੜਾ ਕਹਿਣਾ ਹੀ ਕਹਿਣਾ ਸੀ। ਹਰ ਵੇਲੇ ਸਾਡੀ ਜ਼ੁਬਾਨ ਸਿੱਧੀ ਹੁੰਦੀ ਕਦੇ ਨਹੀਂ, ਬੜੀ ਰਹਿੰਦਾ ਇੱਥੇ। ਉੱਠ ਕੇ ਕਹਿਣ ਲੱਗਿਆ ਗੁਰੂਦੇਵ ਇਹ ਸਭ ਰਲੇ ਹੋਏ ਨੇ, ਇਹ ਚਲੇ ਜਾਂਦੇ ਨੇ ਬਾਬੇ ਨਾਨਕ ਕੋਲੋਂ, ਉੱਥੇ ਝੁਕ ਜਾਂਦੇ ਨੇ, ਕੁਝ ਨਹੀਂ ਪੁੱਛਦੇ। ਮੈਨੂੰ ਦਿਓ ਆਗਿਆ, ਐਸੀ ਚਰਚਾ ਕਰਾਂਗਾ, ਐਸੀ ਚਰਚਾ ਕਰਾਂਗਾ, ਭੱਜਦਿਆਂ ਨੂੰ ਰਾਹ ਲੱਭਣਾ ਨਹੀਂ। ਅਵਲੋਕੋ ਕੈਸੇ ਕਹਿ ਬੋਲਤ ਹੈ, ਤੇ ਆਨਤ ਹੋ ਤੁਮਰੀ ਸ਼ਰਨਾਈ। ਗੋਰਖਨਾਥ ਕਹਿੰਦਾ ਕੀ ਕਰੇਗਾ ਜਾ ਕੇ? ਸਵਾਲ ਪੁੱਛਦਾ। ਕਹਿੰਦਾ ਜੀ ਪਹਿਲਾਂ ਤੇ ਰੰਗ ਢੰਗ ਵੇਖਾਂ ਵੀ ਬੋਲਦੇ ਕਿਵੇਂ ਨੇ। ਵੀ ਇਹੋ ਜੀ ਕਿਹੜੀ ਗਿੱਦੜ ਸਿੰਘੀ ਉਹਨਾਂ ਕੋਲੇ ਜਿਹੜਾ ਸਿੱਧ ਜਾਂਦਾ ਉਹੀ ਕਹਿੰਦਾ ਸਿੱਧ ਆਖਣ ਸੁਭ ਵਚਨ, ਧੰਨ ਨਾਨਕ ਦੀ ਵੱਡੀ ਕਮਾਈ। ਵੀ ਪੁੱਛਦੇ ਹੋਊ, ਮੰਨ ਲਓ ਇੱਕ ਬੰਦੇ ਨੂੰ ਸੁਣਨ ਵਾਸਤੇ ਦੁਨੀਆ ਬਹੁਤ ਪਸੰਦ ਕਰੇ, ਉਹਦੇ ਕੋਲ ਬਹਿਣਾ ਪਸੰਦ ਕਰੇ, ਲੋਕੀ ਪੁੱਛਦੇ ਯਾਰ ਕਿਹੜੀ ਗਿੱਦੜ ਸਿੰਘੀ ਦੇ ਕੋਲ
ਵੀ ਤੇਰੀ ਅੱਖ ਵੇਖ ਦੁਨੀਆ ਝੱਲੀ ਹੋ ਜਾਂਦੀ, ਤੇਰੇ ਬੋਲ ਸੁਣ ਕੇ ਲੋਕ ਕਮਲੇ ਹੋ ਜਾਂਦੇ ਨੇ। ਗਿੱਦੜ ਸਿੰਘ ਹੀ ਹੈ, ਉਹਨੂੰ ਕਿਹਾ ਜਾਂਦਾ ਹੈ। ਕਹਿੰਦਾ ਗੁਰੂ ਜੀ ਪਹਿਲਾਂ ਤੇ ਮੈਂ ਮਿਲ ਕੇ ਆਉਣਾ, ਵੇਖਣਾ ਵੀ ਤਪਾ ਜੀ ਕੋਲ ਕਿਹੜੀ ਗਿੱਦੜ ਸਿੰਘੀ ਹੈ, ਵੀ ਜਿਹੜਾ ਵੀ ਜਾਂਦਾ, ਕਿਉਂਕਿ ਇਹ ਗਿੱਦੜ ਸਿੰਘੀ ਤੇ ਯੋਗੀਆਂ ਕੋਲ ਹੁੰਦੀ ਹੈ, ਸਾਧਾਂ ਕੋਲ ਹੁੰਦੀ ਹੈ। ਨੋਟ ਕਰਿਆ ਹੋਣਾ ਤੁਸੀਂ ਕਦੇ? ਕੋਈ ਚੱਕੀ ਫਿਰਦੇ ਹੁੰਦੇ, ਹੁੰਦਾ ਕੀ ਹੈ, ਕੋਈ ਕੁੱਤੇ ਦਾ ਪੰਜਾ ਲਈ ਫਿਰਦਾ ਹੈ, ਕੋਈ ਗਿੱਦੜ ਦਾ ਲਈ ਫਿਰਦਾ ਹੈ, ਕੋਈ ਕੁਛ। ਅਸਲੀ ਗਿੱਦੜ ਸਿੰਘੀ ਕਿਹਦੇ ਕੋਲੇ ਹੈ? ਲਾਸ਼ਾਂ ਦੇ ਮਾਸ ਜੇ ਲਾਈ ਫਿਰਦੇ ਆ, ਕਹਿੰਦੇ ਸੰਧੂਰ ਚ ਰੱਖ ਲਈ ਬਾਬਾ ਕੰਮ ਬਣ ਜੂ। ਬਣਿਆ ਜੀ ਕਿਸੇ ਦਾ? ਦੱਸੋ। ਨਹੀਂ, ਇਹ ਭਲੇਖੇ ਆ ਵੀ ਬਾਬਾ ਤੂੰ ਮੰਗਦਾ ਫਿਰਦਾ ਹੈ, ਤੂੰ ਤੇ ਕਿਤੇ ਡੀਸੀ ਲੱਗਿਆ, ਸਤਨਾਮ ਤੇਰੇ ਤੇ ਝੋਲੇ ਚ ਪਈ ਹੈ, ਸੰਧੂਰ ਚ ਪਾਈ ਫਿਰਦਾ, ਲੋਕਾਂ ਨੂੰ ਭਰਮਾਂ ਚ ਪਾਉਂਦਾ ਫਿਰਦਾ। ਇਹ ਵੀ ਆ ਗਿੱਦੜ ਸਿੰਘੀ ਰੱਖ ਲਾ ਕਾਕਾ ਤੇਰਾ ਹੋ ਜੂ। ਮੈਂ ਕਹਿੰਦਾ ਲੈ ਮੈਨੂੰ ਤੋਂ ਮੇਰਾ ਵਿਆਹ ਹੋ ਜੇ, ਹੋ ਸਕਦਾ ਕਦੇ? ਤਾਂ ਭਲੇਖੇ ਆ ਸਾਰੇ, ਭਰਮ ਨੇ ਸਾਰੇ। ਹੁੰਦਾ ਉਹੀ ਹੈ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਰਦਾ ਹੈ। ਉਹ ਤੋਂ ਵੱਡੀ ਕੋਈ ਗਿੱਦੜ ਸਿੰਘੀ ਹੈ? ਹਾਂ, ਕਿਸੇ ਕੋਲ ਗਿੱਦੜ ਸਿੰਘੀ ਦਾ ਗੁਣ ਹੋ ਸਕਦਾ ਹੈ। ਇਸੇ ਕਰਕੇ ਲੰਗਰਨਾਥ ਪੁੱਛਦਾ ਗੁਰੂ ਜੀ, ਓਏ ਉਹ ਸ਼ਖਸ ਦੇ ਕੋਲ ਐਸਾ ਕੀ ਹੈ ਜਿਹਦੇ ਬੋਲ ਸਿੱਧਾਂ ਨੂੰ ਕੀਲ ਲੈਂਦੇ ਨੇ? ਬਿਤ ਆਇਸ ਕੋ ਪਾਏ ਗੁਰੂ ਗੋਰਖ ਮਨਾਏ ਮਨ, ਚਲਿਓ ਤਬ ਧਾਏ ਚਾਹੇ ਜੀਤਨੇ ਕੋ ਧਾਰ ਕੇ। ਆਪਣੇ ਗੁਰੂ ਤੋਂ ਆਗਿਆ ਲੈ ਕੇ ਗੁਰੂ ਗੋਰਖ ਦੇ ਪੈਰਾਂ 'ਚ ਬਹਿ ਕੇ ਨਾ 15 ਮਿੰਟ ਆਰਤੀ ਕਰਦਾ ਰਿਹਾ ਉਹਦੀ। ਕਹਿੰਦਾ ਬਾਬਾ ਸਾਈ ਹੋਈ ਵੀ ਪੰਗੇ ਤੂੰ ਲਾਵੇ। ਗੋਰਖ ਗੁਰੂ ਕੀ ਕਰੂਗਾ? ਉਹ ਤੇ ਆ ਭੱਜ ਕੇ ਆਇਆ ਬਾਬੇ ਨਾਨਕ ਦੇ ਸਾਹਮਣੇ, ਖੜੇ ਹੀ ਨਹੀਂ ਇੱਕ ਪਲ। ਚਲੋ ਮਨਾਮ ਨੂੰ ਕਿ ਆਪਣਾ ਗੁਰੂ ਆ ਗਿਆ ਸਤਿਗੁਰਾਂ ਦੇ ਕੋਲ। ਕਹਿੰਦਾ ਆਦੇਸ਼ ਬਾਤਿਓ ਆਦੇਸ਼। ਮਰਦ ਨੇ ਵੇਖਿਆ ਵੀ ਇਹਦਾ ਐਟੀਟਿਊਡ ਜਿਹਾ ਹਾਈ ਹੈ। ਕਹਿੰਦੇ ਆਓ ਭੱਦਰ ਪੁਰਸ਼ੋ ਉੱਤਰ ਆਓ ਥੱਲੇ। ਉੱਡਦਾ ਹੀ ਫਿਰਦਾ ਹੈ, ਬੜੇ ਪਿਆਰ ਨਾਲ ਬਿਠਾਇਆ। ਕਹਿੰਦਾ ਆਦੇਸ਼ ਕਰੋ ਗੁਰੂ ਗੋਰਖ ਮਛਿੰਦਰਨਾਥ ਨੂੰ ਆਦੇਸ਼। ਹੱਸ ਕੇ ਮਰਦ ਕਹਿੰਦੇ ਇੱਕ ਓੰਕਾਰ ਨੂੰ ਆਦੇਸ਼ ਆਖੋ ਸਤਿਨਾਮ। ਇਹਨੇ ਲਾ ਲਿਆ ਸਾਰਾ ਵੀ ਇਹ ਗੱਲਾਂ ਤੇ ਵੱਡੀਆਂ ਹੀ ਕਰਦੇ ਆ, ਉੱਚੀਆਂ ਕਰਦੇ ਆ, ਗੱਲਾਂ ਦਮਦਾਰ ਹਨ। ਬੇਦੀ ਕੁਲ ਦੀ ਪਹੁੰਕੇ ਬੈਠਿਓ ਐ ਸਮੀਪ ਆਏ, ਇਨੀ ਹੈ ਆਦੇਸ਼ ਮੁਖ ਬਚਨ ਉਚਾਰ ਕੇ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠਾ, ਪਿਆਰ ਦੀਆਂ ਗੱਲਾਂ ਕਰੇ, ਬੜਾ ਮਿੱਠ ਬੋਲੜਾ ਹੈ। ਕਿਉਂ? ਉਹ ਵੇਖਦਾ ਵੀ ਮੈਂ ਮਿੱਠਾ ਬੋਲੂ, ਇਹ ਕਿੰਨਾ ਕੁ ਮਿਸ਼ਰੀ ਖੋਲਦੇ। ਕਿਤੇ ਮਿੱਠੀਆਂ ਗੱਲਾਂ ਨਾਲ ਤਾਂ ਨਹੀਂ ਪੰਪ ਮਾਰ ਦਿੰਦੇ ਸਿੱਧਾ ਨੂੰ ਵੀ ਤੇਰੀ ਕਮਾਈ ਧਨ ਹੈ, ਸਿੱਧਾ ਤੂੰ ਧਨ ਭਾਈ। ਅਗਲੇ ਖੁਸ਼ ਹੋ ਕੇ ਉੱਡ ਜਾਂਦੇ ਹੋਣੇ ਗੁਰੂ ਕੋਲ ਆ ਕੇ ਵੀ ਨਾ ਜੀ ਬਾਬਾ ਨਾਨਕ ਤੇ ਵਾਹ ਕਮਾਲ ਹੈ। ਉਹਨੇ ਵੇਖਿਆ ਵੀ ਤਾਰੀਫ ਤਰੂਫ ਵੀ ਕਿਸੇ ਦੀ ਨਹੀਂ ਕਰਦੇ। ਸਿੱਧੇ ਪੱਧਰੇ ਨੇ, ਸਾਧ ਜੇ ਬੰਦੇ ਨੇ, ਕਪੜੀਆਂ ਪਾਈਆਂ ਨੇ, ਚਰਨਾਂ ਚ ਇਹਨਾਂ ਦੇ ਖੜਾਵਾਂ ਨੇ। ਕੋਈ ਬਹੁਤਾ ਚੇਲੇ ਵਾਲ ਕੇ ਨਾਲ ਨਹੀਂ, ਚਿਹਰੇ ਤੇ ਪ੍ਰਭਾਵ ਹੈ, ਚਿਹਰੇ ਤੇ ਰੰਗਤ ਬੜੀ ਹੈ। ਨਾਮ ਜਪਣ ਵਾਲੇ ਲੱਗਦੇ ਨੇ। ਚੱਲੀਏ ਸਮੀਰ ਪਰ ਲੀਜੈ ਉਪਦੇਸ਼ ਬਰ, ਸੀਸ ਮਿਤ ਜੋਣ ਭਰ ਡਰ ਦੀਜੈ ਨਿਜ ਟਾਰ ਕੇ। ਕਹਿੰਦਾ ਬਾਬਾ ਜੇ ਮੇਰੀ ਗੱਲ ਮੰਨੋ ਤੇ ਮੇਰੇ ਨਾਲ ਸਮੇਰ ਪਰਬਤ ਤੇ ਚੱਲੋ, ਗੁਰੂ ਗੋਰਖ ਤੁਹਾਡੀ ਉਡੀਕ ਕਰਦੇ ਨੇ। ਸੋ ਸਮਾਂ ਸਮਾਪਤ ਹੈ ਜੀ, ਕਿਉਂਕਿ ਇੱਕ ਤੋਂ ਇੱਕ ਇਹ ਕਹਿ ਲੋ ਵੀ ਕੜਾਕੇਦਾਰ ਆ ਰਹੇ ਅਜੇ ਤੇ ਮਰਦ ਨੇ ਸਮੇਰ ਪਰਬਤ ਤੇ ਜਾਣਾ ਹੈ। ਵੇਖੀ ਚੱਲੇ ਫਿਰ ਹੁੰਦਾ ਕੀ, ਉੱਥੇ ਬਣਦਾ ਕੀ ਸਦਾ। ਜਦੋਂ ਕੋਈ ਹੰਕਾਰ ਜਾ ਕੇ ਕਹਿੰਦਾ ਨਾ ਵੀ ਲੈ ਕਿਹੜਾ ਰੱਬ ਹੁੰਦਾ। ਹੰਕਾਰੀ ਲੋਕ ਅੱਜ ਵੀ ਬੜੇ ਫਿਰਦੇ ਆ ਨਾ, ਡਿੰਗਾ ਮਾਰਦੇ, ਰੱਬ ਤੇ ਰਾਜੀ ਹੈ। ਫਿਰ ਬਾਣੀ ਵੀ ਤੇ ਸਪਸ਼ਟੀ ਕਹਿ ਦਿੱਤਾ, ਕਹਿੰਦੇ ਅਜੇ ਸੋ ਰੱਬ ਨਾ ਬਹੜਿਓ ਦੇਖ ਬੰਦੇ ਕੇ ਭਾਗ। ਤੇਰੇ ਭਾਗ ਤੇਰੇ ਕਰਮ ਨਹੀਂ, ਤੈਨੂੰ ਅਜੇ ਰੱਬ ਮਿਲਿਆ ਨਹੀਂ ਤੇ ਤੂੰ ਗੱਲਾਂ ਇਦਾਂ ਦੀਆਂ ਕਰਦਾ। ਪਰ ਜਿਨ੍ਹਾਂ ਨੂੰ ਰੱਬ ਮਿਲ ਗਿਆ ਨਾ, ਮੈਂ ਤੇ ਇਹ ਵੀ ਕਹਿੰਦਾ ਵੀ ਸਿੱਧਾਂ ਵਰਗਾ ਕੋਈ ਮਹਾਂਪੁਰਖ ਨਹੀਂ ਹੋ ਸਕਦਾ। ਜਿਨ੍ਹਾਂ ਨਾਲ ਗੁਰੂ ਨਾਨਕ ਸਾਹਿਬ ਮਿਲੇ, ਦਰਸ਼ਨ ਹੋਏ, ਬਚਨ ਵਿਲਾਸ ਹੋਏ, ਉਹ ਸਿੱਧ ਕੋਈ ਆਮ ਹੋਣੇ। ਜਿਨ੍ਹਾਂ ਦਾ ਨਾਮ ਗੁਰੂ ਪਾਤਸ਼ਾਹ ਨੇ ਸਿੱਧ ਗੋਸ਼ਟ ਦੀ ਬਾਣੀ ਵਿੱਚ ਆਪਣੀ ਕਲਮ ਨਾਲ ਲਿਖਿਆ ਹੋਇਆ ਹੈ, ਵੀ ਉਹਨਾਂ ਨੂੰ ਵੀ ਬਾਬੇ ਨਾਨਕ ਗੁਰੂ ਪਾਤਸ਼ਾਹ ਨੇ ਮੁਕਤ ਕਰ ਦਿੱਤਾ, ਤਾਰ ਦਿੱਤਾ। ਤੇ ਐਸੇ ਮਹਾਂਪੁਰਖਾਂ ਦੀ ਕਥਾ ਸੁਣ ਕੇ ਕੀ ਸਾਡਾ ਅੰਦਰ ਨਹੀਂ ਤਰੂਗਾ? ਗੁਰੂ ਸਾਹਿਬ ਕਿਰਪਾ ਕਰਨੇ ਤੇ ਆਪੋ ਆਪਣੀ ਭਾਵਨਾ। ਜੇ ਤੇ ਆਪਾਂ ਟਾਈਮ ਪਾਸ ਨੂੰ ਸੁਣਦੇ ਆ ਫਿਰ ਸੁਣੀ ਚਲੋ, ਕੋਈ ਚੱਕਰ ਨਹੀਂ। ਜੇ ਭਾਵਨਾ ਨਾਲ ਸੁਣਦੇ ਆ ਫਿਰ ਗੱਲ ਹੋਰ ਹੈ, ਫਿਰ ਰਸ ਹੋਰ ਹੈ, ਆਨੰਦ ਹੋਰ ਹੈ। ਅੱਗੇ ਜੋ ਕੁਝ ਹੋਏਗਾ ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।